ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 118 ਤੇ ਉੱਤੋਂ ਤੀਜੇ ਨੰਬਰ ਤੋਂ ਬਾਅਦ ਪੰਜਵੀਂ ਪੰਕਤੀ ਦੇ ਅਖੀਰ 'ਚ ਮਨਮੁਖ ਅੰਧੇ ਸੁਧ ਨ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜ਼ਦੂਰੀ। ਜਿਹਦੇ ਪੈਰ ਬਿੰਦੀ ਲੱਗ ਬਣਾ, ਮਜ਼ਦੂਰੀ ਤੋਂ ਛੋਟਾ ਬਣਾਇਆ ਮਜ਼ਦੂਰੀ। ਬਿਨ ਮਜ਼ਦੂਰੀ ਭਾਰ ਪਹੁੰਚਾ ਬਣਿਆ। ਜਿਹੜਾ ਮਨੁੱਖ ਹੁੰਦਾ, ਸੁਧ ਮੈਨੇ ਸੋਝੀ, ਕਾਈ ਮੈਨੇ ਕੋਈ, ਇਹਨੂੰ ਕੋਈ ਸੋਝੀ ਨਹੀਂ ਹੁੰਦੀ ਕਿ ਜੀਵਨ ਕਿਵੇਂ ਜਿਉਣਾ ਹੈ, ਕਿਹੜਾ ਕੰਮ ਲਾਭਦਾਇਕ ਹੈ, ਕਿਹੜਾ ਕੰਮ ਨੁਕਸਾਨਦਾਇਕ ਹੈ, ਇਹਨੇ ਸੋਝੀ ਨਹੀਂ ਹੁੰਦੀ। ਹੁਣ ਜਿਹੜੇ ਮਨਮੁਖ ਨੇ ਨਸ਼ੇ ਕਰਦੇ ਨੇ, ਗੁਰਮੁਖ ਨਹੀਂ ਨਸ਼ੇ ਕਰਦੇ, ਮਨਮੁਖ ਕਰਦੇ ਨੇ। ਕਿਉਂ? ਉਹਨਾਂ ਨੂੰ ਸੋਝੀ ਨਹੀਂ ਕਿ ਜੋ ਮੈਂ ਕਰ ਰਿਹਾ ਠੀਕ ਹੈ ਕਿ ਗਲਤ ਹੈ। ਨਸ਼ਿਆਂ ਨਾਲ ਉਹਨਾਂ ਦਾ ਆਪਣਾ ਵੀ ਨੁਕਸਾਨ ਹੁੰਦਾ ਹੈ, ਆਪਣਾ ਵੀ ਨੁਕਸਾਨ ਕਰਦੇ, ਧਨ ਦਾ ਵੀ ਨੁਕਸਾਨ ਕਰਦੇ ਨੇ ਅਤੇ ਲੋਕਾਂ ਦਾ ਵੀ ਨੁਕਸਾਨ ਕਰਦੇ ਨੇ, ਕਿਉਂਕਿ ਉਹਨਾਂ ਸੋਝੀ ਹੀ ਨਹੀਂ। ਮਨਮੁਖ ਨੇ, ਇਹ ਅਗਿਆਨੀ ਨੇ, ਅੰਧੇ ਭਾਵ ਅਗਿਆਨੀ ਨੇ। ਇਹਨਾਂ ਨੂੰ ਕੋਈ ਸੋਝੀ ਨਹੀਂ, ਉਹਨਾਂ ਨੂੰ ਕੋਈ ਜੀਵਨ ਜਾਚ ਨਹੀਂ ਆਉਂਦੀ। ਆਤਮ ਘਾਤੀ ਹੈ ਜਗਤ ਕਸਾਈ। ਆਤਮ ਘਾਤੀ ਹੁੰਦਾ ਆਪਣੇ ਆਪ ਨੂੰ ਮਾਰਨ ਵਾਲਾ। ਜਿਹੜਾ ਮਨਮੁਖ ਹੁੰਦਾ ਹੈ, ਐ ਸਮਝੋ ਵੀ ਇਹ ਆਪਣੇ ਆਪ ਨੂੰ ਮਾਰਿਆ, ਭਾਵ ਆਪਣਾ ਨੁਕਸਾਨ ਆਪ ਕਰ ਰਿਹਾ ਹੈ, ਅਤੇ ਸੰਸਾਰ ਲਈ ਕਸਾਈ ਹੈ। ਜਿਹੜੇ ਭੈੜੇ ਬੰਦੇ ਹੁੰਦੇ ਨੇ, ਉਹ ਆਪਣਾ ਵੀ ਨੁਕਸਾਨ ਕਰਦੇ ਨੇ, ਲੋਕਾਂ ਦਾ ਵੀ ਕਰਦੇ ਨੇ, ਆਪਣਾ ਵੀ ਕਰਦੇ ਨੇ, ਲੋਕਾਂ ਦਾ ਵੀ ਕਰਦੇ ਨੇ। ਇਸ ਲਈ ਇਹ ਮਨਮੁਖ ਆਤਮ ਘਾਤੀ ਨੇ, ਆਪਣਾ ਵੀ ਨੁਕਸਾਨ ਕਰਨੇ ਅਤੇ ਜਗਤ ਲਈ ਕਸਾਈ ਨੇ, ਲੋਕਾਂ ਦਾ ਵੀ ਨੁਕਸਾਨ ਕਰਦੇ ਨੇ। ਨਿੰਦਾ ਕਰ ਕਰ ਬਹੁ ਭਾਰ ਉਠਾਵੇ। ਜਿਹੜਾ ਮਨਮੁਖ ਹੁੰਦਾ ਇਹ ਨਿੰਦਿਆ ਕਰਦਾ ਰਹਿੰਦਾ। ਗੁਰਮੁਖ ਨੂੰ ਤਾਂ ਪਤਾ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨ ਨਿੰਦਕਾਂ, ਨਰਕੇ ਘੋਰ ਪਚਨ। ਉਹਨੂੰ ਤਾਂ ਪਤਾ ਹੁੰਦਾ, ਇਸ ਲਈ ਗੁਰਮੁਖ ਨਿੰਦਿਆ ਨਹੀਂ ਕਰਦਾ। ਸਗੋਂ ਜੇ ਕੋਈ ਨਿੰਦਿਆ ਕਰਦਾ ਗੁਰਮੁਖ ਤਾਂ ਵੀ ਚੁੱਪ ਰਹਿੰਦਾ ਹੈ, ਵੀ ਆਪੇ ਭੌਂਕ ਭੌਂਕ ਕੇ ਹਟ ਜਾਏਗਾ। ਉਹ ਉਦੋਂ ਹੀ ਕੋਈ ਐਕਸ਼ਨ ਲੈਂਦਾ ਜਦੋਂ ਪਾਣੀ ਸਿਰੋਂ ਟੱਪਣ ਲੱਗੇ। ਫਿਰ ਸਿਆਣੇ ਕਿ ਮਰਦਾ ਕੀ ਨਾ ਕਰਦਾ। ਦਸਵੇਂ ਪਾਤਸ਼ਾਹ ਨੇ ਵੀ ਕਿਹਾ ਕਿ ਭਾਈ ਆਪਣੇ ਕੋਲ ਹਥਿਆਰ ਰੱਖਣ, ਪਰ ਇਹ ਚਲਾਉਣਾ ਉਦੋਂ ਹੈ ਜਦੋਂ ਤੁਸੀਂ ਬੇਵੱਸ ਹੋ ਜਾਓ, ਵੀ ਹੁਣ ਇਸ ਤੋਂ ਬਿਨਾਂ ਨਹੀਂ ਗੱਲ ਬਣਨੀ। ਕਹਿੰਦੇ ਤਲਵਾਰ 'ਤੇ ਹੱਥ ਉਦੋਂ ਪਾਉਣਾ ਜਦੋਂ ਹੋਰ ਕੋਈ ਚਾਰਾ ਨਾ ਰਹੇ। ਸੋ ਜਿਹੜਾ ਨਿੰਦਕ ਹੈ, ਇਹ ਨਿੰਦਿਆ ਕਰ ਕਰਕੇ ਨਿੰਦਿਆ ਦਾ ਭਾਰ ਚੱਕੀ ਫਿਰਦਾ। ਬਿਨ ਮਜ਼ਦੂਰੀ ਭਾਰ ਪਹੁੰਚਾਵਣੇ। ਜਿਵੇਂ ਤੁਹਾਡਾ ਸਮਾਨ ਹੈ, ਕੋਈ ਬੰਦਾ ਚੱਕ ਕੇ ਦੂਜੀ ਥਾਂ 'ਤੇ ਲੈ ਕੇ ਜਾਂਦਾ ਅਤੇ ਪੈਸਾ ਵੀ ਕੋਈ ਨਹੀਂ ਲੈਂਦਾ। ਇਹ ਤਾਂ ਐ ਨੇ, ਇਹ ਬਿਨਾਂ ਮਜ਼ਦੂਰੀ ਤੋਂ ਹੀ ਇਹ ਨਿੰਦਿਆ ਦਾ ਭਾਰ ਚੁੱਕ ਕੇ ਦੂਜੇ ਥਾਂ 'ਤੇ ਜਾਂਦੇ ਨੇ। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ। ਸੰਭਾਲੇ ਮੰਮੇ ਦੇ ਪੈਰ 'ਚ ਹਾਹਾ ਲਾ ਕੇ ਬੋਲਣਾ। ਸਦਾ ਸੰਭਾਲੇ ਕੋ ਨਾਹੀ ਖਾਲੀ, ਜਿਹੀ ਵਾਸ਼ਨਾ ਪਾਏ ਤੇਹੀ ਵਰਤੈ, ਵਾਸੂ ਵਾਸ ਜੁਣਾਵਣਿਆ।
ਇਹ ਜਗ ਵਾੜੀ। ਇਹ ਸੰਸਾਰ ਤੇ ਫੁਲਵਾੜੀ ਹੈ, ਇਹ ਤੇ ਬਗੀਚੀ ਹੈ। ਮੇਰਾ ਪ੍ਰਭ ਮਾਲੀ। ਇਸ ਵਾੜੀ ਦਾ, ਇਸ ਫੁਲਵਾੜੀ ਦਾ, ਇਸ ਬਗੀਚੀ ਦਾ ਜਿਹੜਾ ਮਾਲੀ ਹੈ ਉਹ ਮੇਰਾ ਪਰਮਾਤਮਾ ਹੈ। ਇਹ ਸੰਸਾਰ ਇੱਕ ਫੁਲਵਾੜੀ ਦੀ ਤਰ੍ਹਾਂ। ਹੁਣ ਜਿਹਨੇ ਸੰਸਾਰ ਬਣਾਇਆ ਹੈ ਇਹ ਖਿਆਲ ਵੀ ਤਾਂ ਉਹ ਨਹੀਂ ਰੱਖਣ। ਜਿਵੇਂ ਤੁਸੀਂ ਬੱਚੇ ਪੈਦਾ ਕਰਦੇ ਹੋ ਫਿਰ ਖਿਆਲ ਵੀ ਤਾਂ ਤੁਸੀਂ ਰੱਖਣਾ, ਤੁਹਾਡੀ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਪਰਮਾਤਮਾ ਫਿਰ ਮਾਲੀ ਹੈ। ਸਦਾ ਸੰਭਾਲੇ ਕੋ ਨਾਹੀ ਖਾਲੀ। ਉਹ ਸਦਾ ਹੀ ਸਾਰਿਆਂ ਦੀ ਸੰਭਾਲ ਕਰਦਾ ਹੈ। ਕੋਈ ਐਸਾ ਨਹੀਂ ਹੈ ਜਿਹਦੀ ਉਹ ਸੰਭਾਲ ਨਹੀਂ ਕਰਦਾ। ਜੇ ਹੀ ਵਾਸ਼ ਨਾ ਪਾਏ ਤੇ ਹੀ ਵਰਤੈ। ਉਹ ਫੁੱਲ ਦੇ ਵਿੱਚ ਜਿਹੋ ਜਿਹੀ ਖੁਸ਼ਬੂ ਪਾਉਂਦਾ, ਉਹ ਖੁਸ਼ਬੂ ਉਸੇ ਤਰ੍ਹਾਂ ਲੋਕਾਂ ਨੂੰ ਮਿਲਦੀ ਹੈ। ਵਾਸੂ ਵਾਸ ਜਨਾਵਣੇ। ਅਤੇ ਜੋ ਖੁਸ਼ਬੂ ਹੈ ਉਸ ਤੋਂ ਉਸ ਫੁੱਲ ਦਾ ਪਤਾ ਲੱਗਦਾ ਵੀ ਇਹ ਗੇਂਦੇ ਦਾ ਫੁੱਲ ਹੈ, ਗੁਲਾਬ ਦਾ ਫੁੱਲ ਹੈ, ਕਾਹਦਾ ਫੁੱਲ ਹੈ। ਖੁਸ਼ਬੂ ਤੋਂ ਪਤਾ ਲੱਗਦਾ। ਇਸ ਤਰ੍ਹਾਂ ਹੀ ਮਨੁੱਖਾਂ ਦੇ ਵਿੱਚ ਗੁਣ ਔਗਣ ਉਹੀ ਪਾਉਂਦਾ ਹੈ। ਉਹਦੇ ਗੁਣਾਂ ਔਗਣਾਂ ਦਾ ਪਤਾ ਲੱਗਦਾ ਕਿ ਮਨੁੱਖ ਕਿਹੋ ਜਿਹਾ ਹੈ। ਅੱਗੇ ਕਹਿੰਦੇ ਮਨਮੁਖ ਰੋਗੀ ਹੈ ਸੰਸਾਰਾ। ਸੁਖ ਦਾਤਾ ਵਿਸਰਿਆ ਅਗੰਮ ਅਪਾਰਾ। ਇਹਨੂੰ ਅਗਮ ਨਹੀਂ ਪੜ੍ਹਨਾ, ਅਗੰਮ ਸੰਸਕ੍ਰਿਤ ਦਾ ਸ਼ਬਦ ਹੈ। ਸੁਖ ਦਾਤਾ ਵਿਸਰਿਆ ਅਗੰਮ ਅਪਾਰਾ। ਦੁਖੀਏ ਨਿਤ ਫਿਰੈ ਬਿਲ ਲਾਂਦੇ। ਬਿਨ ਗੁਰ ਸ਼ਾਂਤ ਨ ਪਾਵਣੇ। ਮਨਮੁਖ ਰੋਗੀ ਹੈ ਸੰਸਾਰ। ਇਹ ਸੰਸਾਰ ਮਨਮੁਖ ਹੈ, ਇਸ ਲਈ ਰੋਗੀ ਹੈ। ਆ ਢਿੱਡ ਪੀੜ, ਸਿਰ ਦਰਦ, ਬਾਣੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕੋਈ ਨਾ ਚੀਜ਼ਾਂ ਦਾ ਸੰਬੰਧ ਤੇ ਸਰੀਰ ਨਾਲ ਹੈ। ਸਰੀਰ 'ਚ ਦੁੱਖ ਸੁੱਖ ਆਉਣੇ ਹੀ ਹੋਣੇ ਨੇ। ਗੁਰਬਾਣੀ 'ਚ 5 ਰੋਗ ਗਿਣੇ ਗਏ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸੋ ਇਹ ਸੰਸਾਰ ਜਿਹੜਾ ਹੈ ਮਨਮੁਖ ਹੋਣ ਕਰਕੇ ਰੋਗੀ ਹੈ। ਕੋਈ ਕਾਮੀ ਹੈ, ਕੋਈ ਕ੍ਰੋਧੀ ਹੈ, ਕੋਈ ਲੋਭੀ ਹੈ, ਕੋਈ ਹੰਕਾਰੀ ਹੈ। ਇਸ ਲਈ ਰੋਗੀ ਨੇ। ਹੁਣ ਸਵਾਲ ਪੈਂਦੇ ਕਿਉਂ ਰੋਗੀ ਨੇ? ਸੁਖ ਦਾਤਾ ਵਿਸਰਿਆ ਅਗੰਮ ਅਪਾਰ। ਉਹ ਪਰਮਾਤਮਾ ਅਪਾਰਾ ਜੋ ਬੇਅੰਤ ਹੈ, ਅਗੰਮ ਜੋ ਅਪਹੁੰਚ ਹੈ, ਜੋ ਸੁੱਖਾਂ ਦਾ ਦਾਤਾ ਹੈ, ਉਹ ਵਿਸਰ ਗਿਆ। ਰੱਬ ਨੂੰ ਭੁੱਲਣ ਕਾਰਨ ਹੀ ਸਾਰੀਆਂ ਬੁਰਾਈਆਂ ਮਨੁੱਖ ਦੇ ਅੰਦਰ ਪੈਦਾ ਹੁੰਦੀਆਂ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਇਹ 5 ਰੋਗ ਨੇ, ਪਰਮਾਤਮਾ ਨੂੰ ਭੁਲਾਉਣ ਕਾਰਨ ਹੀ ਇਹ ਅਸਰ ਕਰਦੇ ਨੇ ਆਪਣਾ। ਜਿਹੜਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਉਹ ਇਹਨਾਂ ਤੋਂ ਬਚਿਆ ਰਹਿੰਦਾ ਹੈ। ਦੁਖੀਏ ਨਿਤ ਫਿਰੈ ਬਿਲ ਲਾਂਦੇ। ਬਿਨ ਗੁਰ ਸ਼ਾਂਤ ਨ ਪਾਵਣੇ। ਕਿਉਂਕਿ ਨਗੋਰੇ ਨੇ, ਮਨਮੁਖ ਨੇ। ਬੇਨ ਗੁਰ, ਨਿਗੋਰੇ ਹੋਣ ਕਰਕੇ ਹਮੇਸ਼ਾ ਦੁਖੀ ਰਹਿੰਦੇ ਨੇ। ਬਿਲ ਲਾਂਦੇ, ਰੋਂਦੇ ਪਿੱਟਦੇ ਰਹਿੰਦੇ ਨੇ।
ਗੁਰੂ ਦੇ ਬਿਨਾਂ ਸ਼ਾਂਤ ਨ ਪਾਵਨੇ, ਸ਼ਾਂਤੀ ਨਹੀਂ ਮਿਲਦੀ। ਕਿਉਂ? ਆਪਣੀ ਮਰਜ਼ੀ ਕਰਦੇ ਨੇ। ਜਦੋਂ ਆਪਣੀ ਮਰਜ਼ੀ ਕਰਦੇ ਫਿਰ ਪੁੱਠੇ ਕੰਮ ਕਰਦੇ ਨੇ, ਫਿਰ ਮੰਦੇ ਕੰਮਾਂ ਦਾ ਨਤੀਜਾ ਮੰਦਾ ਨਿਕਲਦਾ ਹੈ। ਪੁੱਠੇ ਕੰਮਾਂ 'ਚ ਆਨੰਦ ਤਾਂ ਬਹੁਤ ਆਉਂਦਾ ਮਨੁੱਖ ਨੂੰ। ਚੋਰ ਨੂੰ ਚੋਰੀ ਕਰਨ 'ਚ ਬੜਾ ਆਨੰਦ ਆਉਂਦਾ, ਪਰ ਜਦੋਂ ਕੁੱਟ ਪੈਂਦੀ ਅਤੇ ਮੁਕੱਦਮਾ ਚੱਲਦਾ ਫਿਰ ਨਾਨੀ ਯਾਦ ਆਉਂਦੀ ਹੈ। ਨਸ਼ੇ ਵੇਚਦੇ ਨੇ, ਆਹਾ ਰੋਜ਼ ਹਜ਼ਾਰਾਂ ਰੁਪਈਏ ਆ ਰਹੇ। ਵੈਸੇ ਜਦੋਂ ਫੜੇ ਜਾਂਦੇ ਨਾਲੇ ਕੁਟਾਪਾ ਹੁੰਦਾ, ਨਾਲੇ ਪੈਸੇ ਪੁਲਿਸ ਵਾਲੇ ਦਿੰਦੇ, ਫਿਰ ਅੱਗੇ ਵਕੀਲਾਂ ਨੂੰ ਦਿੰਦੇ ਨੇ, ਅਤੇ ਜੇਲ੍ਹ ਫਿਰ ਵੀ ਹੋ ਜਾਂਦੀ ਹੈ। ਜੇਲ੍ਹ ਫਿਰ ਵੀ ਹੋ ਜਾਂਦੀ। ਇਸ ਲਈ ਇਹ ਦੁਖੀ ਹੀ ਰਹਿੰਦੇ ਨੇ, ਕਿਉਂਕਿ ਨਿਗੋਰੇ ਨੇ। ਕਿਸੇ ਗੁਰੂ ਵਾਲੇ ਨਾ ਹੋਣ ਕਰਕੇ ਇਹਨਾਂ ਦੀ ਆਪਣੀ ਮੱਤ ਕੰਮ ਨਹੀਂ ਕਰਦੀ ਹੈ, ਇਸ ਲਈ ਇਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ। ਜਿਨ ਕੀਤੇ ਸੋਈ ਬਿਦ ਜਾਣੇ, ਆਪ ਕਰੇ ਤਾਂ ਹੁਕਮ ਪਛਾਣੇ। ਜਿਹਾ ਅੰਦਰ ਪਾਏ ਤੇਹਾ ਵਰਤੈ, ਆਪੇ ਬਾਹਰ ਪਾਵਣੇ। ਜਿਨ ਕੀਤੇ, ਜਿਸ ਪਰਮਾਤਮਾ ਨੇ ਜੀਵ ਬਣਾਏ ਨੇ, ਸੋਈ ਬਿਦ ਜਾਣੇ। ਬਿਦ ਹੁੰਦੀ ਹਾਲਤ, ਉਹੀ ਜੀਵਾਂ ਦੀ ਹਾਲਤ ਨੂੰ ਜਾਣਦਾ ਹੈ। ਆਪ ਕਰੇ ਤਾਂ ਹੁਕਮ ਪਛਾਣ। ਜੇ ਪਰਮਾਤਮਾ ਕਿਰਪਾ ਕਰਦੇ ਫਿਰ ਜੀਵ ਨੂੰ ਪਰਮਾਤਮਾ ਦੇ ਹੁਕਮ ਦੀ ਪਹਿਚਾਣ ਆ ਜਾਂਦੀ ਹੈ। ਪਰਮਾਤਮਾ ਦੇ ਹੁਕਮ ਦੇ ਅਨੁਸਾਰ ਚੱਲ ਕੇ ਜੀਵ ਨੂੰ ਪਰਮਾਤਮਾ ਦੀ ਪਹਿਚਾਣ ਆ ਜਾਂਦੀ ਹੈ। ਪਰ ਉਹ ਚੱਲਦਾ ਜਿਸ 'ਤੇ ਪਰਮਾਤਮਾ ਕਿਰਪਾ ਕਰ ਦਿਓ, ਫਿਰ ਉਹ ਪਰਮਾਤਮਾ ਦੇ ਹੁਕਮ ਅਨੁਸਾਰ ਚੱਲ ਕੇ ਪਛਾਣੇ, ਪਰਮਾਤਮਾ ਨੂੰ ਜਾਣ ਲੈਂਦਾ। ਜਿਹਾ ਅੰਦਰ ਪਾਏ ਤੇਹਾ ਵਰਤੈ। ਜੋ ਇਨਸਾਨ ਦੇ ਅੰਦਰ ਪਰਮਾਤਮਾ ਨੇ ਗੁਣ ਔਗਣ ਪਾਏ, ਇਹ ਜੀਵ ਉਸੇ ਤਰ੍ਹਾਂ ਦੂਜੇ ਸੰਸਾਰ ਨਾਲ ਵਰਤਦਾ ਹੈ। ਇਹਦੇ ਵਿਚਾਰੇ ਦਾ ਕਦੇ ਕੋਈ ਵਸ ਨਹੀਂ ਹੈ। ਜਿਹੋ ਜਿਹਾ ਪਰਮਾਤਮਾ ਨੇ ਉਹਨੂੰ ਬਣਾਤਾ ਹੈ, ਉਹਦੇ ਅਨੁਸਾਰ ਇਹਦਾ ਸੁਭਾਅ ਹੋ ਗਿਆ। ਹੁਣ ਸਵਾਲ ਪੈਂਦਾ, ਪਰਮਾਤਮਾ ਨੇ ਕਿਸੇ ਨੂੰ ਚੰਗਾ ਅਤੇ ਕਿਸੇ ਨੂੰ ਮੰਦਾ, ਕਿਸੇ ਨੂੰ ਅਮੀਰ ਅਤੇ ਕਿਸੇ ਨੂੰ ਗਰੀਬ, ਕਿਸੇ ਨੂੰ ਕਾਲਾ ਅਤੇ ਕਿਸੇ ਨੂੰ ਗੋਰਾ, ਅਜਿਹਾ ਕਿਉਂ ਬਣਾਇਆ? ਉਹ ਕਹਿੰਦਾ, ਮੈਂ ਤਾਂ ਪਹਿਲੀ ਵਾਰ ਤੁਹਾਨੂੰ ਪੈਦਾ ਕੀਤਾ ਸੀ, ਉਦੋਂ ਤੁਹਾਨੂੰ ਸ਼ੁੱਧ ਅਤੇ ਪਵਿੱਤਰ ਸੀ ਤੁਸੀਂ, ਕਿਉਂਕਿ ਮੇਰੇ ਤੋਂ ਸਿੱਧਾ ਪੈਦਾ ਹੋਏ ਸੀ। ਫਿਰ ਸੰਸਾਰ 'ਚ ਆ ਕੇ ਤੁਸੀਂ ਆਪਣੀ ਮਨ ਮਰਜ਼ੀ ਕਰਨ ਲੱਗ ਪਏ। ਫਿਰ ਤੁਸੀਂ ਕੋਈ ਚੰਗੇ ਕੰਮ ਜਾਂ ਮੰਦੇ ਕੰਮ ਕਰਨ ਲੱਗ ਪਏ। ਉਹ ਜਿਹੜੇ ਚੰਗੇ ਮੰਦੇ ਕੰਮ ਸਨ, ਉਹ ਤੁਹਾਡੀ ਬਣ ਗਈ ਕਿਸਮਤ। ਮੈਂ ਤਾਂ ਫਿਰ ਤੁਹਾਡੇ ਕਰਮਾਂ ਨੂੰ ਵੇਖ ਕੇ ਕਿਸਮਤ ਲਿਖਤੀ, ਹੁਣ ਆਪਣਾ ਭੋਗੀ ਜਾਓ। ਮੈਂ ਕਿਸੇ ਨੂੰ ਕੁਛ ਨਹੀਂ ਕਹਿਣਾ, ਤੂੰ ਚੋਰੀ ਕਰ ਨਾ ਕਰ, ਮੇਰੇ ਲਈ ਜੋ ਮਰਜ਼ੀ ਕਰੀ ਜਾ, ਪਰ ਜੋ ਕਰੇਂਗਾ ਨਾ ਉਹਦੇ ਫਿਰ ਤੈਨੂੰ ਫਲ ਭੋਗਣਾ ਪੈਣਾ। ਉਹ ਮੈਂ ਤੇਰੀ ਕਿਸਮਤ ਬਣਾ ਦੇਣੀ ਹੈ, ਫਿਰ ਭੋਗੀ ਜੇ, ਪਰ ਰੋਈ ਜੇ, ਪਿੱਟੀ ਜੋ ਮਰਜ਼ੀ ਕਰੇ। ਇਸ ਕਰਕੇ ਵਖਰੇਵੇਂ ਨੇ ਸੰਸਾਰ ਦੇ ਵਿੱਚ। ਸਕੇ ਭਰਾ ਹੁੰਦੇ ਨੇ, ਅੱਡ ਅੱਡ ਕਿਸਮਤ ਹੁੰਦੀ ਹੈ, ਕਿ ਉਹਨੇ ਪਿਛਲੇ ਜਨਮਾਂ 'ਚ ਅੱਡ ਅੱਡ ਕਰਮ ਕੀਤੇ। ਸਕੇ ਭਰਾ ਹੁੰਦੇ ਨੇ, ਕੋਈ ਜ਼ਿਆਦਾ ਪੜ੍ਹਿਆ ਹੋਇਆ, ਕੋਈ ਥੋੜ੍ਹਾ ਪੜ੍ਹਿਆ ਹੋਇਆ, ਕੋਈ ਹੁਸ਼ਿਆਰ ਹੈ, ਕੋਈ ਕਮਜ਼ੋਰ ਹੈ, ਕੋਈ ਆਗਿਆਕਾਰ ਹੈ, ਕੋਈ ਮਾਂ ਪਿਓ ਨੂੰ ਗਾਲ ਕੱਢਣ ਵਾਲਾ ਹੈ। ਕਿਉਂਕਿ ਉਹਨੇ ਜਿਹੋ ਜਿਹੇ ਪਿੱਛੇ ਕਰਮ ਕੀਤੇ ਸਨ, ਉਹੋ ਜਿਹਾ ਉਹਦਾ ਲਿਖੀ ਕਿ ਕਿਸਮਤ, ਅਤੇ ਕਿਸਮਤ ਦੇ ਅਨੁਸਾਰ ਫਿਰ ਉਹਦੇ ਆਦਤਾਂ ਬਣ ਗਈਆਂ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਜਿਹਾ ਅੰਦਰ ਪਾਏ ਤੇਹਾ ਵਰਤੈ। ਜਿਹੋ ਜਿਹੀ ਅੰਦਰ ਉਹਦੀ ਕਿਸਮਤ ਲਿਖਤੀ, ਉਸ ਤਰ੍ਹਾਂ ਦੇ ਕਰਮ ਮਨੁੱਖ ਕਰਦਾ ਹੈ। ਆਪੇ ਬਾਹਰ ਪਾਵਣੇ, ਅਤੇ ਬਾਹਰੋਂ ਵੀ ਉਹਦੇ ਅੰਦਰ ਗੁਣ ਔਗਣ ਪਾਉਂਦਾ ਹੈ। ਆਪਾਂ ਬਾਹਰ ਆ ਕੇ ਸੰਗਤ ਕੀਤੀ ਜਾਂ ਕੁਸੰਗਤ ਕੀਤੀ, ਇਹ ਬਾਹਰੋਂ ਵੀ ਗੁਣ ਔਗਣ ਪ੍ਰਾਪਤ ਕੀਤੇ। ਅੱਗੇ ਕਹਿੰਦੇ, ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਏ ਲਏ
ਸੋ ਨਿਰਮਲ ਹੋਈ। ਨਾਨਕ ਨਾਮ ਵਸੈ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ। ਤਿਸ ਬਾਝੋਂ ਹਾਹੇ ਤੇ ਟਿੱਪੀ, ਉਸ ਤੋਂ ਬਿਨਾਂ ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ। ਹੇ ਸੱਚੇ ਪਰਮਾਤਮਾ, ਤੇਰੇ ਤੋਂ ਬਿਨਾਂ ਮੈਨੂੰ ਹੋਰ ਕੋਈ ਤੇਰੇ ਵਰਗਾ ਲੱਭਦਾ ਹੀ ਨਹੀਂ ਹੈ। ਜਿਸ ਲਾਏ ਲਏ ਸੋ ਨਿਰਮਲ ਹੋਈ। ਜਿਹਨੂੰ ਪਰਮਾਤਮਾ ਆਪਣੇ ਲੜ ਲਾ ਲੈਂਦਾ ਨਾ, ਸੋ ਨਿਰਮਲ ਹੋਈ, ਉਹ ਨਿਰਮਲ ਹੋ ਜਾਂਦਾ ਹੈ। ਜਿਸ 'ਤੇ ਪਰਮਾਤਮਾ ਕਿਰਪਾ ਕਰਦਾ, ਉਹਨੂੰ ਨਾਮ ਦੀ ਬਖਸ਼ਿਸ਼ ਕਰਦਾ ਹੈ। ਫਿਰ ਉਹ ਦਿਨ ਰਾਤ ਨਾਮ ਜਪਦਾ ਹੈ। ਫਿਰ ਜਨਮਾਂਤਰ ਦੀ ਮੈਲ ਲਾ ਕੇ ਮਨ ਉਹਦਾ ਨਿਰਮਲ ਹੋ ਜਾਂਦਾ। ਨਾਨਕ ਨਾਮ ਵਸੈ ਘਟ ਅੰਤਰ, ਘਟ ਮੈਨੇ ਸਰੀਰ, ਜਿਸ ਦੇਵੈ ਸੋ ਪਾਵਨੇ। ਜਿਸ ਨੂੰ ਪਰਮਾਤਮਾ ਨਾਮ ਦੀ ਦਾਤ ਦਿੰਦਾ ਹੈ, ਉਸ ਨੂੰ ਨਾਮ ਮਿਲਦਾ ਹੈ, ਅਤੇ ਫਿਰ ਉਹ ਜਿਹੜਾ ਨਾਮ ਹੈ ਮਨੁੱਖ ਦੇ ਅੰਦਰ ਵਸ ਜਾਂਦਾ ਹੈ। ਕਿਸ ਦੇ ਅੰਦਰ ਵਸਦਾ ਹੈ? ਜਿਸ ਨੂੰ ਪਰਮਾਤਮਾ ਆਪ ਨਾਮ ਦੀ ਦਾਤ ਬਖਸ਼ਦਾ ਹੈ, ਉਹਦੇ ਅੰਦਰ ਵਸਦਾ ਹੈ। ਅੱਗੇ ਕਹਿੰਦੇ ਮਾਝ ਮਹਿਲਾ ਤੀਜਾ, ਤੀਸਰੇ ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ, ਅੰਮ੍ਰਿਤ ਨਾਮ ਮਨ ਵਸਾਏ। ਮਨ, ਇਹ ਟਿੱਪੀ ਲਾ ਕੇ ਨਹੀਂ ਬੋਲਣਾ, ਮਨ ਵਿੱਚ ਟਿੱਪੀ ਲਾ ਕੇ ਬੋਲੋ। ਫਿਰ ਜੇ ਮਨ ਹੁੰਦਾ ਮੰਨਣਾ, ਮਨ ਮਾਈਂਡ। ਅੰਮ੍ਰਿਤ ਨਾਮ ਮਨ ਵਸਾਏ, ਹਉਮੈ ਮੇਰਾ ਸਭ ਦੁੱਖ ਗਵਾਏ। ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਪਾਵਣਿਆ। ਅੰਮ੍ਰਿਤ ਨਾਮ ਮਨ ਵਸਾਏ। ਅੰਮ੍ਰਿਤ ਹੁੰਦਾ ਸਦਾ ਰਹਿਣ ਵਾਲਾ, ਅੰਮ੍ਰਿਤ, ਮੌਤ ਤੋਂ ਰਹਿਤ। ਜਿਹੜਾ ਮੌਤ ਤੋਂ ਰਹਿਤ ਹੋਵੇ ਉਹਨੂੰ ਕਹਿੰਦੇ ਨੇ ਸਦਾ ਰਹਿਣ ਵਾਲਾ, ਉਹਨੂੰ ਕਹਿੰਦੇ ਨੇ ਅੰਮ੍ਰਿਤ। ਇਹ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਜਿਹੜਾ ਇਹਨੂੰ ਮਨ 'ਚ ਵਸਾ ਲੈਂਦਾ, ਉਸ ਸਦੀਵੀ ਜੀਵਨ ਉਹਦਾ ਹੋ ਜਾਂਦਾ, ਉਹ ਅਮਰ ਹੋ ਜਾਂਦਾ। ਸੋ ਪਰਮਾਤਮਾ ਦੇ ਨਾਮ ਨੂੰ ਜਿਹੜਾ ਮਨ 'ਚ ਵਸਾ ਲੈਂਦਾ, ਫਿਰ ਕੀ ਹੁੰਦਾ? ਹਉਮੈ ਮੇਰਾ ਸਭ ਦੁੱਖ ਗਵਾਏ। ਉਹ ਅੰਦਰੋਂ ਹਉਮੈ ਅਤੇ ਮੇਰਾ ਭਾਵ ਮਮਤਾ, ਮੋਹ, ਉਹਦੇ ਅੰਦਰ ਹਉਮੈ ਅਤੇ ਮੋਹ ਕਾਰ ਜਿਹੜਾ ਦੁੱਖ ਸੀ, ਉਹ ਸਾਰਾ ਖਤਮ ਹੋ ਜਾਂਦਾ ਹੈ। ਹਉਮੈ ਕਾਰਨ ਵੀ ਦੁੱਖ ਹੈ ਅਤੇ ਮੋਹ ਕਾਰਨ ਵੀ ਦੁੱਖ ਹੁੰਦਾ ਹੈ। ਸੋ ਉਹਦੇ ਅੰਦਰ ਹਉਮੈ ਅਤੇ ਮੋਹ ਖਤਮ ਹੋ ਜਾਂਦਾ ਹੈ, ਇਸ ਲਈ ਸਾਰਾ ਦੁੱਖ ਵੀ ਖਤਮ ਹੋ ਜਾਂਦਾ। ਕਿਹਦਾ? ਜਿਹੜਾ ਪਰਮਾਤਮਾ ਦੇ ਨਾਮ ਨੂੰ ਮਨ 'ਚ ਵਸਾ ਲੈਂਦਾ ਹੈ। ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਪਾਵਣੇ। ਇਹ ਅੰਮ੍ਰਿਤਮਈ ਬਾਣੀ ਰਾਹੀਂ ਉਹ ਸਦਾ ਹੀ ਪਰਮਾਤਮਾ ਦੀ ਸਿਫਤ ਸਲਾਹ ਕਰਦਾ। ਬਾਣੀ ਪੜ੍ਹਨਾ, ਪਰਮਾਤਮਾ ਦੀ ਸਿਫਤ ਸਲਾਹ ਕਰਨਾ। ਬਾਣੀ ਗਾਉਣਾ, ਪਰਮਾਤਮਾ ਦੀ ਸਿਫਤ ਸਲਾਹ ਕਰਨਾ। ਬਾਣੀ ਦੀ ਕਥਾ ਕਰਨਾ, ਪਰਮਾਤਮਾ ਦੀ ਸਿਫਤ ਸਲਾਹ ਕਰਨਾ। ਸੋ ਉਹ ਰੱਬੀ ਬਾਣੀ ਦੀ ਮਦਦ ਨਾਲ ਸਦਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਫਿਰ ਅੰਮ੍ਰਿਤ ਪਾਵਨ। ਇਸ ਨਾਮ ਦੇ ਰਾਹੀਂ ਉਹਨੂੰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਉਹ ਚੀਜ਼ ਪ੍ਰਾਪਤ ਹੁੰਦੀ ਹੈ ਜਿਹੜੀ ਉਹਨੂੰ ਜੰਮਣ ਮਰਨ ਤੋਂ ਰਹਿਤ ਕਰ ਦਿੰਦੀ ਹੈ। ਭਾਵ ਉਹ ਬਾਣੀ ਰਾਹੀਂ ਅਤੇ ਨਾਮ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਅਤੇ ਸਦਾ ਲਈ ਅਮਰ ਹੋ ਜਾਂਦਾ ਹੈ। ਕਿਉਂਕਿ ਮਨੁੱਖ ਨੂੰ ਪਰਮਾਤਮਾ ਦਾ ਨਾਮ ਹੀ ਅਮਰ ਕਰਦਾ ਹੈ। ਧਰੁਵ ਭਗਤ ਬੱਚੇ, ਪ੍ਰਹਲਾਦ ਬੱਚੇ, ਐਵੇਂ 5-5 ਸਾਲਾਂ 7-7 ਸਾਲਾਂ ਦੇ ਬੱਚੇ ਸਨ, ਪਰ ਉਹ ਨਾਮ ਜਪੀ ਗਏ। ਕਿਸੇ ਲਾਲਚ 'ਚ ਨਹੀਂ ਆਏ, ਕਿਸੇ ਡਰ 'ਚ ਨਹੀਂ ਆਏ। ਉਹ ਕਿਸੇ ਲਾਲਚ 'ਚ ਨਹੀਂ ਆਏ।
ਹਾਲਾਂਕਿ ਧਰੂ ਭਗਤ ਦੇ ਬਾਪ ਨੇ ਨਾਰਦ ਜੀ ਰਾਹੀਂ ਸੁਨੇਹਾ ਭੇਜਿਆ ਕਿ ਮੇਰੇ ਲੜਕੇ ਨੂੰ ਕਹੋ ਤੂੰ ਵਾਪਸ ਆ ਜਾ, ਮੈਂ ਤੈਨੂੰ ਅੱਧਾ ਰਾਜ ਦੇਣਾ। ਉਹਨੇ ਜਾ ਕੇ ਕਿਹਾ, ਕਾਕਾ ਵੀ ਤੇਰਾ ਬਾਪ ਤੈਨੂੰ ਅੱਧਾ ਰਾਜ ਦਿੰਦਾ, ਤੂੰ ਵਾਪਸ ਚਲੇ ਜਾ। ਉਹ ਕਹਿੰਦਾ, ਅੱਛਾ, ਅਜੇ ਤੇ ਮੈਨੂੰ ਇੱਕ ਦਿਨ ਹੀ ਹੋਇਆ, ਅਜੇ ਤੇ ਮੈਨੂੰ ਇੱਕ ਦਿਨ ਹੀ ਹੋਇਆ ਭਜਨ ਬੰਦਗੀ ਕਰਦੇ ਤੇ ਮੈਨੂੰ ਅੱਧਾ ਰਾਜ ਮਿਲਦਾ, ਮੈਂ ਇੱਕ ਅੱਧਾ ਰਾਜ ਲਵਾਂ? ਮੈਂ ਲੈਂਦਾ, ਕਹਿੰਦਾ ਮੈਂ ਤਾਂ ਪੂਰਾ ਲਵਾਂਗਾ। ਮੈਂ ਲੱਗਿਆ ਰਿਹਾ। ਜਦੋਂ ਰਾਜਾ ਬੁੱਢਾ ਹੋ ਗਿਆ, ਹੋਰ ਬੱਚਾ ਕੋਈ ਨਾ ਹੋਇਆ, ਉਹ ਔਰਤ ਜਿਹਨੇ ਧਰੂ ਭਗਤ ਨੂੰ ਆਪਣੇ ਬਾਪ ਦੀ ਗੋਦੀ 'ਚੋਂ ਕੱਢ ਦਿੱਤਾ ਸੀ, ਕਿ ਚੱਲ ਤੈਨੂੰ ਗੋਦੀ 'ਚ ਬਹਿਣ ਦਾ ਕੋਈ ਅਧਿਕਾਰ ਨਹੀਂ ਹੈਗਾ। ਉਹਨੇ ਸੋਚਿਆ ਮੇਰਾ ਮੁੰਡਾ ਬੈਠੂਗਾ ਅਤੇ ਫਿਰ ਉਹ ਬਾਅਦ 'ਚ ਰਾਜਾ ਬਣੇਗਾ, ਇਹਨੂੰ ਭਜਾ ਦਿਓ। ਉਹ ਹੋਇਆ ਹੀ ਨਾ ਕੋਈ ਬੱਚਾ। ਫਿਰ ਜੇ ਰਾਜੇ ਨੇ ਅਖੀਰ 'ਤੇ ਜਿਹੜਾ ਹੈ ਸੁਨੇਹਾ ਭੇਜਿਆ ਕਿ ਆ ਜਾ ਭਾਈ, ਮੈਂ ਤੈਨੂੰ ਸਾਰਾ ਹੀ ਰਾਜ ਦਿੰਦਾ। ਫਿਰ ਨਾਰਦ ਜੀ ਕਹਿੰਦੇ, ਭਾਈ ਤੇਰੀ ਭਗਤੀ ਤਾਂ ਹੋ ਗਈ ਪੂਰੀ, ਹੁਣ ਰਾਜਾ ਤੈਨੂੰ ਰਾਜ ਦਿੰਦਾ, ਜਾ ਕੇ ਰਾਜ ਕਰ। ਉਹਨੇ ਕਿਹਾ, ਚੰਗਾ ਮੈਂ ਆ ਰਿਹਾ। ਫਿਰ ਰਾਜਾ ਮੰਤਰੀਆਂ ਨੂੰ ਲੈ ਕੇ, ਪਰਜਾ ਨੂੰ ਲੈ ਕੇ ਰਾਜ 'ਚ ਖੜ੍ਹਾ ਹੋਇਆ, ਸਤਿਕਾਰ ਸਾਹਿਬ ਢੋਲਕੀ ਛਾਣੇ ਵਜਾਉਂਦੇ ਹੋਏ ਧਰੂ ਭਗਤ ਨੂੰ ਲਿਆਂਦਾ ਅਤੇ ਉਹਨੂੰ ਰਾਜਾ ਬਣਾਇਆ। ਭਾਵ ਲੱਗੇ ਰਹੇ। ਇਸ ਤਰ੍ਹਾਂ ਪ੍ਰਹਿਲਾਦ ਕਿੰਨਾ ਬਾਪ ਉਹਨੂੰ ਤੰਗ ਕਰਦੇ, ਤੂੰ ਮੇਰਾ ਨਾਮ ਜਪ। ਉਹ ਕਹਿੰਦੇ, ਨਹੀਂ, ਜਿਸ ਨੇ ਤੈਨੂੰ ਬਣਾਇਆ ਮੈਂ ਤਾਂ ਉਹਦਾ ਨਾਮ ਜਪੂੰ। ਉਹ ਕਹਿੰਦਾ, ਸਾਰਾ ਦੇਸ਼ ਮੇਰਾ ਨਾਮ ਜਪਦਾ ਹੈ, ਤੂੰ ਨਹੀਂ ਜਪਦਾ। ਕਹਿੰਦੇ, ਮੈਂ ਤਾਂ ਉਹਦਾ ਨਾਮ ਜਪੂ ਜਿਹਨੇ ਤੈਨੂੰ ਬਣਾਇਆ। ਕਦੇ ਉਹਨੂੰ ਪਹਾੜ ਤੋਂ ਸੁੱਟਦਾ ਹੈ, ਕਦੇ ਉਹਨੂੰ ਅੱਗ 'ਚ ਸੁੱਟਦਾ ਹੈ, ਕਦੇ ਉਹਨੂੰ ਪਾਣੀ 'ਚ ਡੋਬਦਾ ਹੈ, ਉਹਨੇ ਪਰਵਾਹ ਹੀ ਨਹੀਂ ਕੀਤੀ। ਇਹਨੂੰ ਤਾਂ ਪੰਚਮ ਪਾਤਸ਼ਾਹ ਨੇ ਬਾਣੀ 'ਚ ਲਿਖਿਆ ਵੀ ਭਜਨ ਬੰਦਗੀ ਕਿਸ ਤਰ੍ਹਾਂ ਕਰਨੀ ਚਾਹੀਦੀ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਕਹਿੰਦੀ ਇਸ ਤਰ੍ਹਾਂ ਨਾਮ ਜਪ, ਜਿਵੇਂ ਧਰੂ ਭਗਤ ਤੇ ਪ੍ਰਹਲਾਦ ਨੇ ਜਪਿਆ ਸੀ। ਇਹ ਨਹੀਂ ਕਿ ਤੁਸੀਂ ਨਾਮ ਕਿਵੇਂ ਜਪਣਾ ਜੀ, ਵੀ ਸਾਹ ਸਵਾਸਾਂ ਨਾਲ ਜਪਣਾ ਜੀ, ਕਿਵੇਂ ਜਪਣਾ, ਇਹ ਭਾਵ ਨਹੀਂ ਉੱਥੇ। ਵੀ ਜਿਸ ਭਾਵਨਾ ਅਤੇ ਜਿਸ ਦ੍ਰਿੜਤਾ ਨਾਲ ਇਹਨਾਂ ਬੱਚਿਆਂ ਨੇ ਨਾਮ ਜਪੇਗਾ ਉਸ ਤਰ੍ਹਾਂ ਜਪਣਾ। ਡਰ ਚਾ ਕੇ, ਲਾਲਚ ਚਾ ਕੇ ਨਾਮ ਜਪਣਾ ਨਹੀਂ ਬੰਦ ਕਰਨਾ, ਬਸ ਜਪਣਾ ਹੀ ਜਪਣਾ। ਬਸ ਉਹਨਾਂ ਦੀ ਉਦਾਹਰਨ ਤਾਂ ਦਿੱਤੀ, ਹਮ ਵਾਰੀ ਜੀਓ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣੇ। ਜਿਹੜਾ ਅੰਮ੍ਰਿਤਮਈ ਬਾਣੀ ਨੂੰ ਮਨ 'ਚ ਵਸਾ ਲੈਂਦਾ, ਗੁਰੂ ਮਹਾਰਾਜ ਕਹਿੰਦੇ ਉਸ ਤੋਂ ਬਲਿਹਾਰ ਜਾਂਦਾ, ਮੈਂ ਉਸ ਤੋਂ ਵਾਰੇ ਜਾਂਦਾ, ਮੈਂ ਉਸ ਤੋਂ ਸਦਕੇ ਜਾਂਦਾ। ਇੱਕ ਹੁੰਦਾ ਬਾਣੀ ਨੂੰ ਰੱਟਾ ਲਾ ਲੈਣਾ, ਇਹ ਮਨ 'ਚ ਵਸਾਉਣਾ ਨਹੀਂ ਹੈ। ਜਦੋਂ ਬਾਣੀ ਮਨ 'ਚ ਵਸਦੀ ਹੈ, ਬੰਦੇ ਦਾ ਜੀਵਨ ਹੀ ਬਾਣੀ ਅਨੁਸਾਰ ਹੋ ਜਾਂਦਾ ਹੈ। ਜਦੋਂ ਸਾਡੀ ਬੋਲ ਚਾਲ, ਉੱਠਣਾ ਬੈਠਣਾ, ਸਾਡੇ ਕਰਮ ਬਾਣੀ ਅਨੁਸਾਰ ਹੋ ਜਾਣ, ਸਮਝੋ ਬਾਣੀ ਹਿਰਦੇ 'ਚ ਵਸ ਗਈ। ਗਿਆਨ ਉਹੀ ਲਾਭਦਾਇਕ ਹੁੰਦਾ ਜਿਸ ਦੀ ਤੁਸੀਂ ਵਰਤੋਂ ਕਰਦੇ ਹੋ। ਜਿਸ ਗਿਆਨ ਦੀ ਤੁਸੀਂ ਵਰਤੋਂ ਹੀ ਨਹੀਂ ਕਰਨੀ, ਉਹ ਤਾਂ ਫਜ਼ੂਲ ਹੈ। ਕੀ ਕਰਾਉਣਾ ਉਸ ਗਿਆਨ ਤੋਂ? ਉਸ ਗਿਆਨ ਤੋਂ ਕੀ ਕਰੋ? ਜੇ ਉਦਾਹਰਨ ਦਿੰਦੇ ਹੁੰਦੇ ਨੇ, ਇੱਕ ਬੰਦੇ ਨੇ ਤੋਤਾ ਰੱਖਿਆ ਹੋਇਆ ਸੀ, ਉਹਨੂੰ ਪਿੰਜਰੇ 'ਚ ਬੰਦ ਰੱਖਦਾ ਸੀ ਅਤੇ ਉਹਨੂੰ ਸਿਖਾਇਆ ਸੀ ਵੀ ਜਦੋਂ ਸ਼ਿਕਾਰੀ ਆਵੇ ਤੂੰ ਉੱਡ ਜਾਈ। ਉੱਤੇ ਰਟਾ ਲਾ ਲੈ, ਸ਼ਿਕਾਰੀ ਆਵੇਗਾ, ਜਾਲ ਵਿਛਾਏਗਾ, ਮੈਂ ਜਾਲ ਵਿੱਚ ਨਹੀਂ ਫਸਾਂਗਾ। ਸ਼ਿਕਾਰੀ ਆਵੇਗਾ, ਜਾਲ ਵਿਛਾਏਗਾ, ਮੈਂ ਜਾਲ 'ਚ ਨਹੀਂ ਫਸਾਂਗਾ। ਰਟਾ ਲਾ ਲਿਆ। ਇਹਨੂੰ ਕਹਿੰਦੇ ਤੋਤਾ ਰਟਣੀ। ਆਮ ਕਹਾਵਤ ਤੋਤਾ ਰਟਣੀ। ਰਟਾ ਲਾਇਆ, ਸਮਝ ਆਵੇ ਨਾ ਆਵੇ ਗੱਲ ਦੀ, ਸਮਝ ਨਾ ਆਵੇ ਗੱਲ ਦੀ, ਉਹਨੂੰ ਰਟਾ ਲਾ ਲੈ ਗੱਲ। ਕਈ ਸਾਲ ਲੰਘ ਗਏ ਜੀ। ਇੱਕ ਦਿਨ ਅਚਾਨਕ ਪਿੰਜਰੇ ਦਾ ਬੂਹਾ ਖੁੱਲ੍ਹਾ ਰਹਿ ਗਿਆ ਅਤੇ ਤੋਤਾ ਉੱਡ ਗਿਆ। ਉੱਡ ਗਿਆ ਅਤੇ ਜੰਗਲ ਦੇ ਇੱਕ ਦਰਖਤ 'ਤੇ ਜਾ ਬੈਠਾ ਅਤੇ ਕਹਿ ਰਿਹਾ, ਸ਼ਿਕਾਰੀ ਆਵੇਗਾ, ਜਾਲ ਵਿਛਾਏਗਾ, ਪਰ ਮੈਂ ਜਾਲ ਵਿੱਚ ਨਹੀਂ ਫਸਾਂਗਾ।
शिकारी आवेगा जाल बिछाएगा पर मैं जाल 'ਚ नहीं फसांगा। दूजे तोतिਆਂ ने सोचा कोई शहरी तोता है, ये तो बड़ा सियाना है, आप इहनूं लीडर चुन लो। उन सारे ने लीडर चुन लिया भी अज तो लीडर जिवें तू कहेगा उस तरह करांगे। कुछ दिन बाद सच्चे शिकारी आ गए। उन्हें झोगा बिछाया जो तोतिਆਂ ਦੇ खाण वाला सी, उत्ते जाल बिछाता है। उन्हें झोगा वेख्या है, लालच आके उड़ पिया, कही जांदा शिकारी आवेगा जाल बिछाएगा मैं जाल 'ਚ नहीं फसांगा। ये नाले ये कही जांदा। उन्होंने वेख के दूजे तोते भी उड़ पे दे मगर वो जाके झोगा चुगन लग गए। जदों 70-80 तोते हो गए ना, शिकारी ने रस्सी खिंच दी, सारे तोते की पड बज गई है। उन्हें मोढ़े ते रखी हुई है वो पंड तोतियां दी, तो वो तोता अजे भी कह रहे शिकारी आवेगा जाल बिछाएगा मैं जाल 'ਚ नहीं फसांगा। इनू कहते तोता रटने। इस ज्ञान का की फायदा होया? बाणी नूं रटे ला ले, ठीक है, चलो चंगी गल है, बाणी याद करना चंगी गल है, पर जे बाणी नूं सारा जीवन ही नहीं जिउणा तो फिर रटे लाओ चाहे ना लाओ। फिर पाठ करो ना करो, कीर्तन करो ना करो, कथा करो ना करो, जो बाणी 'ਚ लिखिया जो उहदे अनुसार असीं कर्म ही नहीं करने तो फिर ये तो सब कुछ व्यर्थ हो गया है। परमात्मा ने ते गुरु महाराज ने तो साडे कर्म वेखने ने, उन्हें साढ़े ज्ञान नूं नहीं वेखना भी इनू कितना ज्ञान है, उत्थे तो कर्म वेखे जाते हैं। सो इसलिए गुरु महाराज कहते जेड़ा इस अमृतमयी बाणी नूं मन 'ਚ वसा लैंदा ना, भाव इस बाणी के अनुसार जीवन जिउंदा है, उस कहते से बलिहार जाते हैं, सदके जाते हैं। अमृत बाणी मन वसाए अमृत नाम ध्यावने। ਜਿਹੜਾ इस अमृतमयी बाणी नूं मन 'ਚ वसा लैंदा फिर करदा की है, वो नाम जपदा, वो अमृत नाम जपदा। हो ये नहीं कि निरा बाणी नूं याद कर लिया है। हुण बाणी पढ़े, सुखनी साहब पढ़ रहे, पहली अष्टपदी जांदा सिमरो सिमर सिमर सुख पाव, रोज़ पढ़दे। हुण एक बंदा पढ़ी जा रहा पर सिमरन करदा नहीं है, तो गुरु महाराज ने फिर निरा पढ़न लई थोड़ा लिखिया हो। बाणी तो उपदेश है, एक्चुअली तो मनण लई है, ये तो मनण लई है। बाणी पढ़नी है, इसनूं समझना है, फिर इसनूं मनना है। हुण मैं बाणी दे अर्थ कर रहा, तुहानूं अर्थ समझ आ गए, मैनूं तो आउंदी नहीं, तां ही मैं अर्थ कर रहा हूँ। तो साडा जीवन बाणी अनुसार होवे ही ना, तो फिर सारी मेहनत कीती एवें ही है ना। अपना भी टाइम किया तो लोगों का किया। समा सफला तां ही हुंदा जे बाणी अनुसार जीवन जिवें जावे। हुई तो सानूं बाणी पढ़न का भी हुक्म है, बाणी गाउण का भी हुक्म है, बाणी विचारन का भी हुक्म है। आयो सुनन पढ़न को बाणी, इंसान तो बाणी सुनन ते पढ़न लई आए। ठीक है, गुरबाणी गावें भाई ये सफल सदा सुखदाई। आओ रल के गुरबाणी गाइए तां जो जीवन सफल हो जाए। गाउण का भी सानूं हुक्म है। बाणी बिरलो विचार से जे को गुरमुख होए, पर बाणी के विचार कोई विरला टावा करता है। काम तीनों ही करन नूं किहा है। बाणी पढ़नी भी है, बाणी गाउणी भी है, बाणी के विचार भी करनी है। पर जे तुसी कहने हो कि जिंदगी बदले तो फिर इस बाणी ते अमल करना पड़ेगा। प्रैक्टिकल तो बिना जिंदगी नहीं बदलिया करती। जो पढ़िया है फिर उसका प्रैक्टिकल करना। पढ़िया सिमरो सिमर सिमर सुख पावो, भावें गुटका रख दो तो सिमरन करते रहो। कई बार इक्को लाइन ही बहुत होंगी जिंदगी च, तो जे सारी उम्र यही पढ़े सिमरो सिमर सिमर सुख पावो तो सिमरन करना ही नहीं, तो फिर गुरु महाराज की खुश हो जाएंगे भी तू तो मेरी गल नूं रटा ला लिया है, मनदा तो तू है नहीं। सो जिथे असीं बाणी नूं रटा लाउणा उत्थे इहनूं मनण दी भी कोशिश करनी। ठीक है, एकदम सारी नहीं मन होनी,
ਪਰ ਲੱਗੇ ਰਹਿਣੇ। ਕੋਈ ਜੇ ਪਹਿਲੀ ਗੱਲ ਮੰਨ ਲਈ, ਜਦੋਂ ਅਭਿਆਸ ਹੋ ਗਿਆ ਪਹਿਲੀ ਗੱਲ ਦਾ ਵੀ ਹਾਂਜੀ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ, ਦੋ ਗੱਲਾਂ ਕਹੀਆਂ ਵੀ ਅੰਮ੍ਰਿਤ ਵੇਲੇ ਉੱਠੋ, ਨਾਮ ਜਪੋ, ਬਾਣੀ ਪੜ੍ਹੋ। ਇਹ ਪਹਿਲਾ ਹੁਕਮ ਹੈ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗੁਰੂ ਗ੍ਰੰਥ ਪਹਿਲਾ ਹੁਕਮ ਸਿੱਖ ਨੂੰ ਹੈ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ। ਫਿਰ ਅੱਗੇ ਲਿਖਿਆ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦੁਆਰ। ਜੇ ਤੂੰ ਅੰਮ੍ਰਿਤ ਵੇਲੇ ਉੱਠੇਗਾ, ਨਾਮ ਜਪੇਗਾ, ਬਾਣੀ ਦੀ ਵਿਚਾਰ ਕਰੇਗਾ, ਕਰਮੀ ਆਵੇ ਕੱਪੜਾ, ਪਰਮਾਤਮਾ ਦੀ ਹੋ ਜਾਏਗੀ ਤੇਰੇ 'ਤੇ ਬਖਸ਼ਿਸ਼, ਤੈਨੂੰ ਫਿਰ ਸਤਿਕਾਰ ਰੂਪੀ ਕੱਪੜਾ ਮਿਲੇਗਾ, ਤੈਨੂੰ ਸਤਿਕਾਰ ਮਿਲੇਗਾ ਸਮਾਜ 'ਚ। ਨਜ਼ਰੀ ਮੋਖ ਦੁਆਰ। ਤੇ ਜਦੋਂ ਇਸ ਤਰ੍ਹਾਂ ਕਰਦੇ ਤੇਰੇ 'ਤੇ ਪਰਮਾਤਮਾ ਦੀ ਹੋ ਗਈ ਕਿਰਪਾ, ਉਹਦੀ ਕਿਰਪਾ ਦ੍ਰਿਸ਼ਟੀ ਹੋ ਗਈ, ਫਿਰ ਤੈਨੂੰ ਮੁਕਤੀ ਮਿਲੇਗੀ, ਕਿਤੇ ਮੁਕਤੀ ਮਿਲੇਗੀ। ਸਭ ਕੁਝ ਆ ਗਿਆ ਨਾ ਵਿੱਚ ਹੀ, ਇੱਕੋ ਹੁਕਮ ਮੰਨਣ ਨਾਲ। ਇੱਕ ਹੁਕਮ ਹੀ ਬਹੁਤ ਹੈ ਕਿ ਭਾਈ ਅੰਮ੍ਰਿਤ ਵੇਲੇ ਉੱਠੋ, ਆਪਣਾ ਨਹਾਓ ਧੋ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ। ਸਾਡੇ ਦੇਸ਼ ਪਾਣੀ ਦੀ ਕੋਈ ਘਾਟ ਨਹੀਂ, ਇਸ ਲਈ ਸਾਨੂੰ ਕਿ ਇਸ਼ਨਾਨ ਕਰੋ। ਜਿਹੜੇ ਅਰਬ ਦੇਸ਼ ਨੇ ਇੱਥੇ ਪਾਣੀ ਦੀ ਬਹੁਤ ਕਮੀ ਹੈ, ਉੱਥੇ ਮੁਸਲਮਾਨ ਉੱਠ ਫਰੀਦਾ ਉਜ਼ੂ ਸਾਜ ਸੁਬਹ ਨਿਵਾਜ਼ ਗੁਜ਼ਾਰ। ਹੇ ਫਰੀਦ ਉੱਠ, ਮੂੰਹ ਹੱਥ ਧੋ ਅਤੇ ਸਵੇਰ ਦੀ ਨਮਾਜ਼ ਪੜ੍ਹ। ਉਜ਼ੂ 5 ਇਸ਼ਨਾਨੀ ਨੂੰ ਕਹਿੰਦੇ, ਦੋਨੋਂ ਹੱਥ ਧੋਣੇ, ਦੋਨੋਂ ਪੈਰ ਧੋਣੇ ਅਤੇ ਮੂੰਹ ਧੋਣਾ, ਇਹਨੂੰ ਕਹਿੰਦੇ 5 ਇਸ਼ਨਾਨੀ। ਸਾਰੇ ਧਰਮਾਂ 'ਚ ਸਵੇਰੇ ਉੱਠਣ ਦਾ, ਨਹਾ ਧੋ ਕੇ ਭਜਨ ਬੰਦਗੀ ਕਰਨ ਦਾ ਰਿਵਾਜ਼ ਹੈ ਅਤੇ ਹੁਕਮ ਹੈ। ਸੋ ਇਸ ਲਈ ਜੇ ਅਸੀਂ ਪਹਿਲਾਂ ਹੀ ਹੁਕਮ ਨਹੀਂ ਮੰਨਦੇ ਤਾਂ ਅੱਗੇ ਕੀ ਸਵਾ ਮੰਨਾਂਗੇ। ਜੇ ਅਸੀਂ ਗੁਰੂ ਦਾ ਪਹਿਲਾਂ ਹੀ ਹੁਕਮ ਨਹੀਂ ਮੰਨਦੇ ਵੀ ਨਾ ਵੇਲੇ ਸਿਰ ਉੱਠੇ, ਨਾ ਚੱਜ ਨਾਲ ਨਹਾਤੇ, ਨਾ ਭਜਨ ਬੰਦਗੀ ਕੋਈ ਕੀਤੀ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਮਨ ਵਸਾਏ। ਜੋ ਇਸ ਅੰਮ੍ਰਿਤਮਈ ਬਾਣੀ ਨੂੰ ਮਨ ਵਿੱਚ ਵਸਾ ਲੈਂਦਾ, ਅੰਮ੍ਰਿਤ ਨਾਮ ਤੇ ਆਵਨੇ, ਉਹ ਅਮਰ ਕਰ ਦੇਣ ਵਾਲਾ ਨਾਮ ਜਪਦਾ ਹੈ। ਰਹਾ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ, ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾਂ ਆਖ ਸੁਣਾਵਣਿਆ। ਗੁਰਸਿੱਖ ਜਾਂ ਗੁਰਮੁਖ ਕੀ ਕਰਦਾ ਹੈ? ਅੰਮ੍ਰਿਤ ਬੋਲੇ ਸਦਾ ਮੁਖ ਵੈਣੀ। ਇੱਥੇ ਅੰਮ੍ਰਿਤ ਪਾਵੇ ਨਾਮ, ਉਹ ਸਦਾ ਹੀ ਮੁਖ ਨਾਲ ਵੈਣ ਹੁੰਦਾ, ਬਚਨਾਂ ਰਾਹੀਂ, ਸ਼ਬਦਾਂ ਨਾਲ। ਉਹ ਮੁਖ ਨਾਲ ਅਤੇ ਸ਼ਬਦਾਂ ਦੇ ਰਾਹੀਂ ਉਹ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਉਹ ਨਾਮ ਜਪਦਾ ਰਹਿੰਦਾ, ਨਾਮ ਬੋਲਦਾ ਰਹਿੰਦਾ, ਪਰ ਨਾਮ ਜਪਦਾ ਰਹਿੰਦਾ। ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ। ਉਹ ਇਸ ਨਾਮ ਨੂੰ ਅੱਖਾਂ ਦੇ ਨਾਲ ਸਦਾ ਵੇਖਦਾ ਹੈ, ਪਰਖਦਾ ਹੈ। ਪਰਖਦਾ ਹੈ ਵੀ ਕੀ ਮੇਰੇ 'ਤੇ ਪ੍ਰਭਾਵ ਪਿਆ ਇਹਦਾ। ਆਪਾਂ ਨਾਮ ਜਪਦੇ ਹਾਂ, ਬਾਣੀ ਪੜ੍ਹਦੇ, ਫਿਰ ਦੇਖਦੇ ਕੀ ਪ੍ਰਭਾਵ ਸਾਡੇ 'ਤੇ ਪੈ ਰਿਹਾ ਇਹਦਾ। ਜੇ ਕੋਈ ਪ੍ਰਭਾਵ ਹੀ ਨਹੀਂ ਪੈ ਰਿਹਾ ਤਾਂ ਕੋਈ ਗੱਲ ਨਹੀਂ ਬਣ ਰਹੀ ਹੈਗੀ, ਫਾਰਮੈਲਿਟੀ ਹੋ ਰਹੀ ਹੈ, ਗੱਲ ਨਹੀਂ ਬਣ। ਪ੍ਰਭਾਵਿਤ ਹੋਏਗਾ ਬੰਦਾ, ਕਿਉਂਕਿ ਫਿਰ ਉਹ ਪਰਮਾਤਮਾ ਨੂੰ ਅੱਖਾਂ ਦੇ ਨਾਲ ਵੇਖਦਾ ਹੈ, ਉਹਦੀ ਪਹਿਚਾਣ ਕਰਦਾ ਹੈ। ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ। ਉਹ ਫਿਰ ਪਰਮਾਤਮਾ ਦੀ ਦਿਨ ਰਾਤ ਸਿਫਤ ਸਲਾਹ ਕਰਦਾ। ਕਥਾ ਸਿਫਤ ਸਲਾਹ, ਅੰਮ੍ਰਿਤ ਕਥਾ। ਉਹ ਪਰਮਾਤਮਾ ਦੀ ਦਿਨ ਰਾਤ ਸਿਫਤ ਸਲਾਹ ਕਰਦਾ ਹੈ। ਅਵਰਾਂ ਆਖ ਸੁਣਾਵਣੇ, ਅਵਰਾਂ ਮੈਨੇ ਹੋਰਾਂ ਨੂੰ, ਅਤੇ ਹੋਰਾਂ ਨੂੰ ਵੀ ਪਰਮਾਤਮਾ ਦੀ ਸਿਫਤ ਸਲਾਹ ਕਹਿ ਕੇ ਸੁਣਾਉਂਦਾ ਹੈ। ਜਿਵੇਂ ਇਸ ਵੇਲੇ ਆਪਾਂ ਕਥਾ ਕਰ ਰਹੇ ਹਾਂ, ਮੈਂ ਕਥਾ ਕਰ ਰਿਹਾ, ਤੁਹਾਨੂੰ ਸੁਣਾ ਰਿਹਾ, ਤੁਸੀਂ ਸੁਣ ਰਹੇ ਹੋ।
ਅੰਮ੍ਰਿਤ ਰੰਗ ਰਤਾ ਲਿਵ ਲਾਏ। ਜਿਹੜਾ ਨਾਮ ਦੇ ਰੰਗ 'ਚ ਰੰਗਿਆ ਜਾਂਦਾ ਹੈ ਉਹਦੀ ਪਰਮਾਤਮਾ ਲਿਵ ਲੱਗ ਜਾਂਦੀ ਹੈ। ਲਿਵ ਦਾ ਮਤਲਬ ਹੈ ਸਾਰਾ ਧਿਆਨ ਪਰਮਾਤਮਾ ਵੱਲ ਹੋ ਜਾਣਾ, ਹੋਰ ਕਿਸੇ ਗੱਲ ਨੂੰ ਯਾਦ ਹੀ ਨਾ ਆਉਣਾ। ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਵਾਹਿਗੁਰੂ ਤੋਂ ਬਿਨਾਂ ਹੋਰ ਖਿਆਲ ਹੀ ਕੋਈ ਨਹੀਂ ਆ ਰਿਹਾ, ਇਸ ਵਿੱਚ ਤੁਹਾਡੀ ਲਿਵ ਲੱਗ ਗਈ। ਜੇ ਵਾਹਿਗੁਰੂ ਵਾਹਿਗੁਰੂ ਕਰਦੇ, ਕਦੇ ਬਾਜ਼ਾਰ 'ਚ ਚਲੇ ਗਏ, ਸਮੋਸੇ ਖਾ ਲਏ, ਕਦੇ ਕੁੜੀ ਦੇ ਵਿਆਹ ਲਈ ਕੱਪੜੇ ਖਰੀਦ ਲਏ, ਕਦੇ ਕੁਛ ਕਰ ਲਿਆ, ਫਿਰ ਇਹਨੂੰ ਲਿਵ ਨਹੀਂ ਕਹਿੰਦੇ। ਲਿਵ ਜਦ ਲੱਗਦੀ ਹੈ ਹੋਰ ਸਭ ਕੁਛ ਭੁੱਲ ਜਾਂਦਾ ਹੈ। ਇਸ ਲਈ ਗੁਰੂ ਮਹਾਰਾਜ ਅੰਮ੍ਰਿਤ ਰੰਗ ਰਤਾ, ਅੰਮ੍ਰਿਤ ਭਾਵ ਨਾਮ, ਇਹ ਨਾਮ ਦੇ ਰੰਗ ਵਿੱਚ ਜਿਹੜਾ ਰੰਗਿਆ ਜਾਂਦਾ ਹੈ, ਲਿਵ ਲਾਏ, ਉਹ ਪਰਮਾਤਮਾ ਨਾਲ ਲਿਵ ਲਾਉਂਦਾ ਹੈ, ਉਹ ਪਰਮਾਤਮਾ ਨਾਲ ਧਿਆਨ ਜੋੜਦਾ ਹੈ। ਅੰਮ੍ਰਿਤ ਗੁਰ ਪ੍ਰਸਾਦੀ ਪਾਏ। ਇਹ ਜਿਹੜਾ ਨਾਮ ਅੰਮ੍ਰਿਤ ਹੈ ਇਹ ਗੁਰੂ ਦੀ ਕਿਰਪਾ ਨਾਲ ਮਿਲਦਾ, ਕਿਉਂਕਿ ਨਾਮ ਦੇ ਮਿਲਦੇ ਗੁਰੂ ਤੋਂ ਹੈ। ਜਿਹੜਾ ਨਾਮ ਹੈ ਇਹ ਤਾਂ ਗੁਰੂ ਦਾ, ਗੁਰੂ ਤੋਂ ਮਿਲਦਾ ਹੈ, ਉਹਦੀ ਕਿਰਪਾ ਹੋਏਗੀ ਤਾਂ ਇਹ ਪ੍ਰਾਪਤ ਹੁੰਦਾ। ਕਈ ਵਾਰੀ ਗੁਰੂ ਕਹਿੰਦਾ ਨਹੀਂ ਅਜੇ ਤੂੰ ਨਾਮ ਦੇ ਯੋਗ ਨਹੀਂ ਹੈਗਾ, ਅਜੇ ਨਹੀਂ ਤੈਨੂੰ ਮਿਲਦਾ ਨਾਮ। ਜਿਵੇਂ ਇੱਕ ਬੰਦਾ ਕਿਸੇ ਮਹਾਤਮਾ ਕੋਲ ਚਲੇ ਗਏ, ਲਾਈਨ ਲੱਗੀ ਹੋਈ ਹੈ, ਉਹ ਕਿਸੇ ਨੂੰ ਇਸ਼ਾਰਾ ਕਰਦੇ ਇਸ ਲਾਈਨ 'ਚ ਹੋ ਜਾ, ਕਿਸੇ ਨੇ ਲੰਘ ਜਾਗੇ, ਉਹਨੂੰ ਅੱਗੇ ਲੰਘਾਤਾ। ਉਹ ਫਿਰ ਆ ਗਏ, ਬੇਨਤੀ ਕਰਦੇ ਮਹਾਰਾਜ ਜੀ ਮੈਨੂੰ ਤਾਂ ਨਾਮ ਦਿਓ, ਮੈਂ ਨਾਮ ਲੈਣਾ ਹੈ। ਕਹਿੰਦੇ ਭਾਈ ਤੈਨੂੰ ਨਹੀਂ ਨਾਮ ਮਿਲ ਸਕਦਾ। ਇਹ ਮੈਨੂੰ ਸਾਰੀ ਗੱਲਬਾਤ ਉਸ ਨੇ ਸੁਣਾਈ ਜਿਹੜਾ ਦੇ ਮਗਰ ਖੜ੍ਹਾ ਸੀ, ਉਹਨੇ ਮੈਨੂੰ ਆ ਕੇ ਸਾਰਾ ਦੱਸਿਆ ਵੀ ਐਂ ਗੱਲਬਾਤ ਹੋਈ ਜੀ। ਉਹ ਕਿ ਤੈਨੂੰ ਨਹੀਂ ਨਾਮ ਮਿਲ ਸਕਦਾ। ਨਹੀਂ ਜੀ ਮੈਂ ਬੜੀ ਦੂਰੋਂ ਚੱਲ ਕੇ ਆਇਆ ਜੀ, ਮੈਂ ਨਾਮ। ਕਹਿੰਦੇ ਭਾਈ ਤੈਨੂੰ ਨਾਮ ਨਹੀਂ ਮਿਲ ਸਕਦਾ। ਕਹਿੰਦਾ ਮਹਾਰਾਜ ਜੀ ਦੱਸੋ ਕਿਉਂ ਨਹੀਂ ਮਿਲ ਸਕਦਾ? ਕਹਿੰਦੇ ਬਸ ਨਹੀਂ ਮਿਲ ਸਕਦਾ। ਨਹੀਂ, ਕਹਿੰਦਾ ਜੀ ਕਾਰਨ ਤਾਂ ਕੋਈ ਹੋਏਗਾ ਨਾ, ਮੈਨੂੰ ਨਾਮ ਤੁਸੀਂ ਕਿਉਂ ਨਹੀਂ ਦਿੰਦੇ? ਕਹਿੰਦੇ ਤੇਰੇ ਕੋਲ ਨਾਮ ਦੀ ਦਾਤ ਪਾਉਣ ਲਈ ਭਾਂਡਾ ਹੀ ਨਹੀਂ ਹੈ, ਤੇਰੇ ਕੋਲ ਭਾਂਡਾ ਹੀ ਨਹੀਂ। ਕਹੇ ਜੇ ਤੁਸੀਂ ਨਾਮ ਨਹੀਂ ਦਿੰਦੇ ਜੀ ਫਿਰ ਮੈਂ ਅੰਮ੍ਰਿਤ ਛਕ ਲਾਂਗਾ। ਕਹੇ ਤੇਰੀ ਮਰਜ਼ੀ, ਛਕ ਲੈ ਤੇਰੀ, ਪਰ ਯਾਦ ਰੱਖੀ ਇਹ ਕੋਈ ਅੰਮ੍ਰਿਤ ਛੋਟੀ ਮੋਟੀ ਗੱਲ ਥੋੜ੍ਹਾ ਹੀ ਹੈ। ਤੇਰੇ ਕੋਲੇ ਭਾਂਡਾ ਨਹੀਂ, ਤੇਰਾ ਅੰਮ੍ਰਿਤ ਡੁੱਲ ਜਾਣਾ ਹੈ, ਭਾਵ ਤੂੰ ਕੁਝ ਦਿਨਾਂ ਬਾਅਦ ਛੱਡ ਦੇਂਗਾ। ਕਿਤੇ ਕਿੰਨੇ ਛੱਡ ਦਿੰਦੇ ਨੇ ਕਿ ਨਹੀਂ? ਉਹਨਾਂ ਕੋਲ ਭਾਂਡਾ ਹੀ ਨਹੀਂ ਸੀ, ਅੰਮ੍ਰਿਤ ਲੈ ਲਿਆ, ਭਾਂਡਾ ਹੈ ਨਹੀਂ। ਕਹਿੰਦਾ ਜੀ ਫਿਰ ਮੈਂ ਕੀ ਕਰਾਂ? ਕਹਿੰਦੇ ਵੀ ਮੈਨੂੰ ਕਿਉਂ ਨਹੀਂ, ਮੇਰਾ ਭਾਂਡਾ ਕਿਉਂ ਨਹੀਂ ਹੈ? ਉਹ ਕਹਿੰਦੇ ਤੂੰ ਪਿਛਲੇ ਜਨਮ 'ਚ ਇੱਲ ਸੀ। ਕਹੇ ਜੀ ਮੈਂ ਇੱਲ ਤੋਂ ਫਿਰ ਇਸ ਜਨਮ 'ਚ ਬੰਦਾ ਕਿਵੇਂ ਬਣ ਗਿਆ? ਉਹ ਕਹਿੰਦੇ ਤੂੰ ਪਿਛਲੇ ਜਨਮ 'ਚ ਨਾ ਗੁਰਦੁਆਰੇ ਦੇ ਉੱਤੇ ਉੱਡਿਆ ਕਰਦੇ ਸੀ, ਜਿਹੜੀ ਸੰਗਤ ਦੀ ਜੂਠ ਸੀ ਉਹ ਤੂੰ ਖਾਇਆ ਕਰਦੇ ਸੀ। ਲੰਗਰ ਦੀ ਜੂਠ ਖਾ ਖਾ ਕੇ ਤੇ ਐਸਾ ਅਸਰ ਹੋਇਆ ਕਿ ਪਰਮਾਤਮਾ ਨੇ ਇਸ ਜਨਮ ਤੈਨੂੰ ਮਨੁੱਖਾ ਜੀਵਨ ਦਿੱਤਾ, ਪਰ ਤੇਰੇ ਪੱਲੇ ਕੁਛ ਨਹੀਂ ਹੈ, ਤੇਰਾ ਭਾਂਡਾ ਹੀ ਨਹੀਂ ਹੈਗਾ, ਇਸ ਲਈ ਤੈਨੂੰ ਨਾਮ ਨਹੀਂ ਦਿੱਤਾ ਜਾ ਸਕਦਾ। ਕਹੇ ਜੀ ਫਿਰ ਮੈਂ ਕੀ ਕਰਾਂ? ਕਹਿੰਦੇ ਤੇਰੀ ਮਰਜ਼ੀ ਹੈ, ਚਾਹੇ ਸਾਡੇ ਡੇਰੇ 'ਤੇ ਰਹਿ ਕੇ ਸੇਵਾ ਕਰ ਲੈ, ਚਾਹੇ ਕਿਸੇ ਗੁਰਦੁਆਰੇ ਜਾ ਕੇ ਸੇਵਾ ਕਰ। ਸੇਵਾ ਕਰ ਅਤੇ ਫਿਰ ਜਿਹੜਾ ਹੈ ਅਗਲੇ ਜਨਮ ਤੱਕ ਤੇਰਾ ਭਾਂਡਾ ਤਿਆਰ ਹੋ ਜਾਏਗਾ, ਫਿਰ ਆਪੇ ਹੀ ਤੈਨੂੰ ਨਾਮ ਮਿਲ ਜਾਏਗਾ, ਆਪੇ ਬਿਧ ਬਣ ਜਾਏਗੀ। ਸੋ ਇਸ ਲਈ ਇਹ ਬੜੀ ਵੱਡੀ ਦਾਤ ਹੈ। ਇਸ ਲਈ ਹਰ ਇੱਕ ਨਹੀਂ ਇਹਨੂੰ ਰੱਖਦਾ। ਬੜੇ ਲੋਕ ਨੇ ਅੰਮ੍ਰਿਤ ਛਕਦੇ ਫਿਰ ਛੱਡ ਦਿੰਦੇ ਨੇ, ਐਕਚੁਅਲੀ ਉਹਨਾਂ ਦਾ ਭਾਂਡਾ ਹੀ ਨਹੀਂ ਸੀ ਹੈਗਾ, ਉਹ ਇਸ ਦੇ ਯੋਗ ਨਹੀਂ ਸਨ, ਪਰ ਉਹਨਾਂ ਨੇ ਅੰਮ੍ਰਿਤ ਛਕਾ ਦਿੱਤਾ ਗਿਆ, ਯੋਗ ਹੀ ਨਹੀਂ ਸਨ ਇਸ ਦੇ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਅੰਮ੍ਰਿਤ ਗੁਰ ਪ੍ਰਸਾਦੀ ਪਾਏ। ਗੁਰੂ ਦੀ ਕਿਰਪਾ ਨਾਲ ਇਸ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ।
ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਨ ਅੰਮ੍ਰਿਤ ਪੀਆ ਬਣਿਆ। ਫਿਰ ਜਿਹੜੀ ਰਸਨਾ ਹੈ ਦਿਨ ਰਾਤ ਨਾਮ ਜਪਦੀ ਰਹਿੰਦੀ ਹੈ, ਜਪਦੀ ਰਹਿੰਦੀ। ਫਿਰ ਕਹਿੰਦੇ ਮਨ ਤਨ, ਮਨ ਕਰਕੇ ਤਨ ਕਰਕੇ ਫਿਰ ਨਾਮ ਅੰਮ੍ਰਿਤ ਪੀਂਦਾ। ਉਹ ਫਿਰ ਨਾਮ ਪੀਂਦਾ, ਭਾਵ ਇਸ ਨਾਮ ਦਾ ਉਹਦੇ ਮਨ ਅਤੇ ਤਨ 'ਤੇ ਫਿਰ ਅਸਰ ਹੁੰਦਾ ਹੈ। ਸੋ ਕਿਛ ਕਰੈ ਜੋ ਚਿਤ ਨਾ ਹੋਈ, ਤਿਸ ਦਾ ਹੁਕਮ ਮੇਟ ਨਾ ਸਕੈ ਕੋਈ। ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀਆ ਬਣਿਆ। ਜੋ ਕਿਛ ਕਰੈ ਸੋ ਕਿਛ ਕਰੈ ਜੋ ਚਿਤ ਨਾ ਹੋਏ। ਕਹਿੰਦਾ ਪਰਮਾਤਮਾ ਤੇ ਉਹ ਕਰ ਦਿੰਦਾ ਜਿਹੜਾ ਜਿਸ ਦਾ ਸਾਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ। ਤਾਂ ਗੁਰੂ ਨੇ ਮਤਾ ਕਰੈ ਪੱਛਮ ਕਹਿ ਤਾਈ, ਪੂਰਬ ਹੀ ਲੈ ਜਾਤ। ਮਨੁੱਖ ਸੋਚਦੇ ਮੈਂ ਪੱਛਮ ਵਾਲੇ ਪਾਸੇ ਜਾਊਂਗਾ, ਪਰਮਾਤਮਾ ਐਸੀ ਬਿਦਵਨ ਦੇ ਪੂਰਬ ਵਾਲੇ ਪਾਸੇ ਲੈ ਜਾਂਦਾ ਹੈ। ਸਾਡੇ ਮਤੇ ਧਰੇ ਧਰਾਏ ਰਹਿ ਜਾਂਦੇ ਹਨ। ਇਸ ਕਰਕੇ ਕਹਿੰਦੇ ਸੋ ਕਿਛ ਕਰੇ, ਉਹ ਕੁਝ ਕਰ ਦਿੰਦਾ ਹੈ ਜੋ ਚਿੱਤ ਨਾ ਹੋਏ, ਜੋ ਮਨੁੱਖ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ ਵੀ ਐ ਵੀ ਹੋ ਜੂ। ਸਾਲ ਡੇਢ ਸਾਲ ਪਹਿਲਾਂ ਸੰਸਾਰ ਦੇ ਚਿੱਤ ਚੇਤੇ ਵੀ ਨਹੀਂ ਸੀ ਵੀ ਆਹ ਕਰੋਨਾ ਦੀ ਬਿਮਾਰੀ ਵੀ ਚੱਲੇਗੀ। ਕਿਸੇ ਚਿੱਤ ਚੇਤਾ ਵੀ ਨਹੀਂ ਸੀ ਵੀ ਐਸੀ ਵੀ ਆ ਸਕਦੀ ਹੈ ਬਿਮਾਰੀ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਤਿਸ ਦਾ ਹੁਕਮ ਮੇਟ ਨਾ ਸਕੇ ਕੋਈ। ਉਹਦੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ, ਕਿਉਂਕਿ ਉਹਦਾ ਹੁਕਮ ਤੇ ਅਟਲ ਹੈ, ਕੋਈ ਨਹੀਂ ਮਿਟਾ ਸਕਦਾ। ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀਆ ਬਣਿਆ। ਇਸ ਅੰਮ੍ਰਿਤਮਈ ਬਾਣੀ 'ਚ ਪਰਮਾਤਮਾ ਦਾ ਹੁਕਮ ਹੀ ਵਰਤ ਰਿਹਾ ਹੈ। ਇਸ ਬਾਣੀ 'ਚ ਪਰਮਾਤਮਾ ਦਾ ਹੁਕਮ ਹੈ, ਔਰ ਆਪਣੇ ਹੁਕਮ ਰਾਹੀਂ ਉਹ ਜੀਵ ਨੂੰ ਅੰਮ੍ਰਿਤ ਪਿਆਉਂਦਾ ਹੈ। ਇਹ ਨਾਮ ਅੰਮ੍ਰਿਤ ਦੀ ਦਾਤ ਪਰਮਾਤਮਾ ਆਪਣੇ ਹੁਕਮ ਰਾਹੀਂ ਦਿੰਦਾ ਹੈ। ਅਜਬ ਕੰਮ ਕਰਤੇ ਹਰ ਕੇਰੇ, ਇਹ ਮਨ ਭੂਲਾ ਜਾਂਦਾ ਫੇਰੇ। ਅੰਮ੍ਰਿਤ ਬਾਣੀ ਸਿਉਂ ਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਣੇ। ਅਜਬ ਹੁੰਦਾ ਅਜੀਬ। ਅਜਬ ਕੰਮ ਕਰਤੇ ਹਰ ਕੇਰੇ, ਕੇਰੇ ਮਨੇ ਦੇ। ਉਸ ਹਰੀ ਕਰਤੇ ਦੇ ਕੰਮ ਅਜੀਬ ਨੇ, ਉਹਦੇ ਕੰਮ ਅਜੀਬ ਨੇ। ਇਹ ਮਨ ਭੁੱਲਾ ਜਾਂਦਾ ਫਿਰ, ਉਹ ਇਸ ਭੁੱਲੇ ਹੋਏ ਮਨ ਨੂੰ ਮੋੜ ਵੀ ਲਿਆਉਂਦਾ ਹੈ। ਉਹ ਚਾਹੇ ਤਾਂ ਮਨ ਨੂੰ ਮੋੜ ਲਿਆਉਂਦਾ। ਬੰਦਾ ਭੁੱਲਿਆ ਹੋਇਆ ਹੈ, ਮਾੜੇ ਪਾਸੇ ਲੱਗਿਆ ਹੋਇਆ ਹੈ, ਰੱਬ ਜੇ ਕਿਰਪਾ ਕਰੇ ਉਹਨੂੰ ਮੋੜ ਲੈਂਦਾ, ਮਾੜੇ ਪਾਸੇ ਚੰਗੇ ਪਾਸੇ ਲਾ ਦਿੰਦਾ ਹੈ। ਅੰਮ੍ਰਿਤ ਬਾਣੀ ਸਿਉਂ ਚਿਤ ਲਾਏ। ਜਿਹੜਾ ਮਨੁੱਖ ਇਸ ਅੰਮ੍ਰਿਤਮਈ ਬਾਣੀ ਨਾਲ ਚਿੱਤ ਲਾ ਲੈਂਦਾ ਹੈ, ਜਿਹੜਾ ਅੰਮ੍ਰਿਤਮਈ ਬਾਣੀ ਨੂੰ ਯਾਦ ਪਿਆਰ ਕਰਦਾ ਹੈ, ਅੰਮ੍ਰਿਤ ਸ਼ਬਦ ਵਜਾਵਣੇ। ਪਰਮਾਤਮਾ ਉਹਦੇ ਅੰਦਰ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਉਹ ਵਜਾ ਦਿੰਦਾ। ਭਾਵ ਨੂੰ ਆਪਣੇ ਅੰਦਰੋਂ ਹੀ ਨਾਮ ਸੁਣਨਾ ਸ਼ੁਰੂ ਹੋ ਜਾਂਦਾ ਹੈ। ਉਹਨੂੰ ਕਹਿੰਦੇ ਅਨਹਦ ਨਾਦ। ਅੰਦਰ ਰੱਬੀ ਸੰਗੀਤ ਚੱਲ ਰਿਹਾ, ਅੰਦਰ ਨਾਮ ਚੱਲ ਰਿਹਾ, ਅੰਦਰ ਬਾਣੀ ਚੱਲ ਰਹੀ ਹੈ। ਸਿਰਫ ਹੁਣ ਸੁਣਦੀ ਨਹੀਂ, ਕਿਉਂਕਿ ਅਸੀਂ ਬਾਹਰੀ ਸੰਸਾਰ 'ਚ ਸਾਰੀ ਉਮਰ ਲਗਾ ਦਿੰਦੇ ਹਾਂ, ਅੰਦਰ ਨੂੰ ਤਾਂ ਕਦੇ ਗਏ ਹੀ ਨਹੀਂ। ਅੰਦਰ ਤਾਂ ਸਾਨੂੰ ਨਾਮ ਨੇ ਲੈ ਕੇ ਜਾਣਾ ਹੈ। ਨਾਮ ਲੋਕ ਜਪਦੇ ਨਹੀਂ, ਅੰਦਰ ਜਾਂਦੇ ਨਹੀਂ, ਅੰਦਰ ਕੀ ਕੁਛ ਉਹਦਾ ਪਤਾ ਨਹੀਂ ਲੱਗਦਾ। ਪਰ ਜਿਹੜਾ ਬਾਣੀ ਨਾਲ ਚਿੱਤ ਲਾ ਲੈਂਦਾ ਹੈ, ਜਿਹੜਾ ਬਾਣੀ ਨੂੰ ਸਾਰ ਜੀਵਨ ਜਿਉਂਦਾ ਹੈ, ਪਰਮਾਤਮਾ ਉਹਦੇ ਅੰਦਰ ਨਾਮ ਵਜਾ ਦਿੰਦਾ ਹੈ। ਉਹਨੂੰ ਨਾਮ ਸੁਣਨਾ ਸ਼ੁਰੂ ਹੋ ਜਾਂਦਾ ਹੈ। ਅੰਦਰੋਂ ਹੀ ਕੀਰਤਨ ਸੁਣਦਾ ਹੈ, ਅੰਦਰੋਂ ਹੀ ਬਾਣੀ ਸੁਣਦੀ ਹੈ, ਅੰਦਰੋਂ ਹੀ ਨਾਮ ਸੁਣਦਾ ਹੈ। ਆਪਣੇ ਆਪ ਅੰਦਰ ਵਾਹਿਗੁਰੂ 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 ਹੋ ਰਿਹਾ ਹੈ। ਬਸ ਉਹ ਮਨੁੱਖ ਸੁਣਦਾ ਰਹਿੰਦਾ ਅਤੇ ਉਹ ਆਨੰਦਿਤ ਰਹਿੰਦਾ। ਖੋਟੇ ਖਰੇ ਤੁਧ ਆਪ ਉਪਾਏ, ਤੁਧ ਆਪੇ ਪਰਖੇ ਲੋਕ ਸਬਾਏ।
ਖਰੇ ਪਰਖ ਖਜ਼ਾਨੇ। ਜਿਹਦੇ ਪੈਰ 'ਚ ਬਿੰਦੀ ਫਾਰਸੀ ਦਾ ਸ਼ਬਦ ਹੈ। ਜਿਹਦੇ ਪੈਰ ਬਿੰਦੀ ਲਾ ਬੋਲੇ ਖਜ਼ਾਨੇ। ਖਰੇ ਪਰਖ ਖਜ਼ਾਨੇ ਪਾਈ, ਖੋਟੇ ਭਰਮ ਭੁਲਾਵਣੇ। ਰੱਬ ਨਾਲ ਗੱਲ ਹੋ ਰਹੀ ਹੈ। ਖੋਟੇ ਖਰੇ ਤੁਧ ਆਪ ਉਪਾਏ। ਉਪਾਏ ਮੈਨੇ ਪੈਦਾ ਕੀਤੇ। ਇਹ ਪਰਮਾਤਮਾ ਖੋਟੇ ਵੀ ਤੂੰ ਪੈਦਾ ਕੀਤੇ ਨੇ ਅਤੇ ਖਰੇ ਵੀ ਤੂੰ ਪੈਦਾ ਕੀਤੇ ਨੇ। ਚੰਗੇ ਵੀ ਤੂੰ ਪੈਦਾ ਕੀਤੇ ਨੇ, ਮੰਦੇ ਵੀ ਤੂੰ ਪੈਦਾ ਕੀਤੇ ਨੇ। ਤੁਧ ਆਪੇ ਪਰਖੇ ਲੋਕ ਸਬਾਏ। ਸਬਾਏ ਮੈਨੇ ਸਾਰੇ। ਤੂੰ ਸਾਰੇ ਲੋਕਾਂ ਦੀ ਪਰਖ ਵੀ ਆਪ ਹੀ ਕਰਦਾ, ਖੋਟਾ ਕਿ ਖਰਾ ਪਰਖ ਵੀ ਆਪ ਹੀ ਕਰਦਾ। ਖਰੇ ਪਰਖ ਖਜ਼ਾਨੇ ਪਾਏ। ਤੂੰ ਉਹਨਾਂ ਨੂੰ ਪਰਖਦੇ, ਫਿਰ ਜਿਹਨਾਂ 'ਚ ਖਰੇ ਹੁੰਦੇ ਨੇ ਆਪਣੇ ਖਜ਼ਾਨੇ 'ਚ ਰੱਖ ਲੈਣਾ। ਉਹਨਾਂ ਨੂੰ ਆਪਣੇ ਖਜ਼ਾਨੇ 'ਚ ਰੱਖ ਲੈਣਾ। ਖੋਟੇ ਭਰਮ ਭੁਲਾਵਣੇ। ਅਤੇ ਜਿਹੜੇ ਖੋਟੇ ਹੁੰਦੇ ਨੇ ਉਹਨਾਂ ਨੂੰ ਭਰਮਾਂ 'ਚ ਪਾ ਦਿੰਦਾ ਹੈ। ਉਹ ਭਟਕਦੇ ਰਹਿੰਦੇ, ਕਦੇ ਕਿਸੇ ਜੂਨੀ 'ਚ, ਕਦੇ ਕਿਸੇ ਜੂਨੀ 'ਚ। ਉਹ ਰੱਬ ਨੂੰ ਭੁੱਲ ਜਾਂਦੇ ਨੇ ਅਤੇ ਫਿਰ ਭਟਕਦੇ ਰਹਿੰਦੇ ਨੇ। ਕਿਉਂ ਕਰ ਵੇਖਾਂ ਕਿਉਂ ਸਾਲਾਹੀ, ਗੁਰ ਪ੍ਰਸਾਦੇ ਸ਼ਬਦ ਸਲਾਹੀ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪੀਆ ਬਣੇ। ਕਿਉਂ ਕਿਸ ਤਰ੍ਹਾਂ। ਕਿਉਂ ਦੇ ਦੋ ਅਰਥ ਹੁੰਦੇ ਨੇ। ਕਿਉਂ ਵੀ ਤੁਸੀਂ ਕਿਉਂ ਲੜ ਰਹੇ ਹੋ, ਉਹ ਰੀਜ਼ਨ ਹੈ, ਕਾਰਨ ਹੈ ਕੋਈ। ਦੂਜਾ ਕਿਉਂ ਕਰ ਵੇਖਾਂ, ਕਿਸ ਤਰ੍ਹਾਂ ਵੇਖਾਂ। ਕਿਉਂ ਸਲਾਹੀ, ਕਿਸ ਤਰ੍ਹਾਂ ਤੇਰੀ ਸਿਫਤ ਸਲਾਹ ਕਰਾਂ। ਫਿਰ ਆਪ ਹੀ ਦੱਸਦੇ ਨੇ, ਗੁਰ ਪ੍ਰਸਾਦੇ ਸ਼ਬਦ ਸਲਾਹੀ। ਗੁਰੂ ਦੀ ਕਿਰਪਾ ਨਾਲ ਮੈਂ ਤੈਨੂੰ ਨਾਮ ਦੇ ਰਾਹੀਂ, ਸ਼ਬਦ ਦੇ ਰਾਹੀਂ ਤੇਰੀ ਸਿਫਤ ਸਲਾਹ ਕਰਾਂਗਾ। ਉਹਦੀ ਸਿਫਤ ਸਲਾਹ ਬਾਣੀ ਰਾਹੀਂ, ਨਾਮ ਰਾਹੀਂ ਕੀਤੀ ਜਾਂਦੀ ਹੈ। ਕਹਿੰਦੇ ਗੁਰੂ ਦੀ ਕਿਰਪਾ ਨਾਲ ਫਿਰ ਮੈਂ ਤੈਨੂੰ ਬਾਣੀ ਰਾਹੀਂ, ਨਾਮ ਰਾਹੀਂ ਤੇਰੀ ਸਿਫਤ ਸਲਾਹ ਕਰਾਂਗਾ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ। ਤੇਰੇ ਭਾਣੇ ਦੇ ਵੀ ਕਿਸੇ ਦੇ ਹਿਰਦੇ 'ਚ ਅੰਮ੍ਰਿਤ ਨਾਮ ਵਸਦਾ। ਕਈ ਵਾਰੀ ਆਪਾਂ ਨਾਮ ਜਪਦੇ ਅੰਦਰ ਵਸਦਾ ਹੀ ਨਹੀਂ ਹੈ। ਕਿਉਂ? ਉਹਦੇ ਹੁਕਮ ਹੀ ਨਹੀਂ ਹੋਇਆ। ਤੇਰੇ ਭਾਣੇ ਵਿੱਚ, ਤੇਰੇ ਹੁਕਮ ਦੇ ਵਿੱਚ ਅੰਮ੍ਰਿਤ ਵਸੈ, ਹਿਰਦੇ 'ਚ ਨਾਮ ਵਸਦਾ ਹੈ। ਤੂੰ ਭਾਣੇ ਅੰਮ੍ਰਿਤ ਪੀਆ ਬਣਿਆ ਅਤੇ ਤੇਰੇ ਭਾਣੇ ਅਨੁਸਾਰ ਹੀ ਮਨੁੱਖ ਨੂੰ ਅੰਮ੍ਰਿਤ ਪਿਆਇਆ ਜਾਂਦਾ ਹੈ। ਇਹ ਨਾਮ ਰੂਪੀ ਅੰਮ੍ਰਿਤ ਪਿਆਇਆ ਜਾਂਦਾ ਹੈ। ਅੱਗੇ ਕਹਿੰਦੇ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵਿਆ ਹਿਰਦੈ ਸਮਾਣੀ। ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤ ਸਭ ਭੁੱਖ ਲਹਿ ਜਾ ਬਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ। ਸ਼ਬਦ ਨਾਮ, ਪਰਮਾਤਮਾ ਦਾ ਨਾਮ ਅਮਰ ਕਰ ਦੇਣ ਵਾਲਾ ਹੈ। ਪਰਮਾਤਮਾ ਦੀ ਬਾਣੀ ਜੀਵ ਨੂੰ ਅਮਰ ਕਰ ਦੇਣ ਵਾਲੀ ਹੈ। ਉਹਦਾ ਨਾਮ ਵੀ ਅੰਮ੍ਰਿਤ ਹੈ, ਉਹਦੀ ਬਾਣੀ ਵੀ ਅੰਮ੍ਰਿਤ ਹੈ। ਸਤਿਗੁਰ ਸੇਵਿਆ ਹਿਰਦੈ ਸਮਾਣੀ। ਗੁਰੂ ਦੀ ਸੇਵਾ ਕਰਨ ਨਾਲ ਇਹ ਬਾਣੀ ਜਿਹੜੀ ਹੈ ਹਿਰਦੇ ਵਿੱਚ ਵਸ ਜਾਂਦੀ ਹੈ। ਇਹ ਬਾਣੀ ਦਾ ਸੰਦੇਸ਼ ਜਿਹੜਾ ਇਹ ਹਿਰਦੇ 'ਚ ਵਸ ਜਾਂਦਾ ਹੈ ਗੁਰੂ ਦੀ ਸੇਵਾ ਕਰਨ ਨਾਲ। ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ। ਇਹ ਅੰਮ੍ਰਿਤ ਨਾਮ ਜਿਹੜਾ ਨਾ ਕਹਿੰਦੇ ਸਦਾ ਹੀ ਸੁਖ ਦੇਣ ਵਾਲਾ ਹੈ। ਇਸ ਨਾਮ ਜਪਣ ਨਾਲ ਸੁਖ ਮਿਲਦਾ, ਨਾਮ ਜਪਣ ਨਾਲ ਮਾਇਆ ਮਿਲਦੀ ਹੈ, ਨਾਮ ਜਪਣ ਨਾਲ ਕਾਰਜ ਰਾਸ ਹੁੰਦੇ, ਨਾਮ ਜਪਣ ਨਾਲ ਆਦਰ ਮਾਣ ਸਤਿਕਾਰ ਮਿਲਦਾ ਹੈ, ਨਾਮ ਜਪਣ ਨਾਲ ਵਿਘਨ ਦੂਰ ਹੁੰਦੇ ਨੇ। ਵਿਘਨ ਵਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭੈ ਸਭ ਪਾਵਨ, ਜਾਂ ਨਾਨਕ ਸੁਖ ਕਰ ਹੈ। ਨਾਮ ਜਪਣ ਵਾਲੇ ਹੁੰਦਾ। ਸੋ ਨਾਮ ਦੇ ਬੇਅੰਤ ਲਾਭ ਨੇ। ਜਿਵੇਂ ਕਹਿੰਦੇ ਨੇ ਇੱਕ ਰੁੱਖ 100 ਸੁੱਖ, ਦਰਖਤ ਤੋਂ ਕਹਿੰਦੇ 100 ਸੁੱਖ 100 ਲਾਭ ਹੁੰਦਾ ਹੈ। ਇਸ ਤਰ੍ਹਾਂ ਪਰਮਾਤਮਾ ਦੇ ਨਾਮ ਤੋਂ ਵੀ ਬੇਅੰਤ ਲਾਭ ਹਨ। ਬਸ ਨਾਮ ਜਪੀਏ ਜਿੰਨਾ ਸਮਾਂ ਮਿਲੇ।
ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ। ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਤਾਂ ਸਦਾ ਹੀ ਸੁਖ ਦੇਣ ਵਾਲਾ ਹੈ। ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣੇ। ਜਦੋਂ ਇਸ ਨਾਮ ਅੰਮ੍ਰਿਤ ਨੂੰ ਬੰਦਾ ਪੀਂਦਾ ਨਾ, ਉਹਦੀ ਸਾਰੀ ਭੁੱਖ ਖਤਮ ਹੋ ਜਾਂਦੀ ਹੈ। ਰੋਟੀਆਂ ਦੀ ਨਹੀਂ, ਇਹ ਤਾਂ ਸਰੀਰ ਦੀ ਲੋੜ ਹੈ। ਜਿਹੜੀ ਇਹਦੇ ਮਨ ਦੀ ਭੁੱਖ ਹੈ, ਉਹ ਸਾਰੀ ਖਤਮ ਹੋ ਜਾਂਦੀ। ਮਨ ਰੱਜ ਜਾਂਦਾ ਹੈ। ਮਨ ਕਹਿੰਦਾ ਦਾਤਾ ਤੇਰਾ ਦਿੱਤਾ ਬਹੁਤ ਹੈ, ਨਹੀਂ ਤੇ ਇਹ ਭੁੱਖਾ ਹੀ ਥੋੜ੍ਹਾ ਦਿੱਤਾ, ਥੋੜ੍ਹਾ ਦਿੱਤਾ, ਹੋਰ ਦਿਓ, ਹੋਰ ਦਿਓ। ਦੂਜਿਆਂ ਨੂੰ ਵੇ ਕੇ ਬੰਦਾ ਸੜੀ ਜਾਂਦਾ ਹੈ। ਆਮ ਬੰਦਾ ਅਮੀਰ ਨੂੰ ਵੇਖ ਕੇ ਨਹੀਂ ਸੜਦਾ। ਸਾਡੇ ਕੋਲ ਕੋਈ 50 ਲੱਖ ਦੀ ਕਾਰ ਜੋ ਲੰਘ ਜੇ, ਜਿਹਦੇ ਕੋਲ ਕਾਰ ਨਹੀਂ ਹੈ ਉਹ ਕਦੇ ਨਹੀਂ ਸੜੇਗਾ 50 ਲੱਖ ਦੀ ਕਾਰ ਵੇਖ ਕੇ। ਪਰ ਜਿਹਦੇ ਕੋਲ ਆਪ ਕਾਰ ਹੈ, ਜਦੋਂ ਉਹਦੇ ਕੋਲੋਂ ਵੱਡੀ ਕਾਰ ਵੱਲ ਲੰਘੇਗਾ, ਉਹ ਕਹੇ ਹਾਏ ਹੋਏ ਮੇਰੇ ਕੋਲ ਵੀ ਇਹੋ ਜਿਹੀ ਹੋਵੇ। ਇਹ ਬੰਦਾ ਇਹ ਤਾਂ ਸੜਦਾ। ਉਹ ਜਿਹੀ ਲੈਣ ਜੋਗਾ ਹੈ ਨਹੀਂ, ਤੇ ਫਿਰ ਉਂਝ ਹੀ ਸੜੀ ਜਾਂਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਇਹ ਜਿਹੜਾ ਨਾਮ ਅੰਮ੍ਰਿਤ ਹੈ ਨਾ, ਇਹ ਤੇ ਮਨੁੱਖ ਦੇ ਮਨ ਨੂੰ ਰਜਾ ਦਿੰਦਾ ਹੈ। ਸਾਰੀ ਭੁੱਖ ਖਤਮ ਹੋ ਜਾਂਦੀ। ਮਾਝ ਮਹਿਲਾ ਤੀਜਾ। ਅੰਮ੍ਰਿਤ ਵਰਸੈ ਸਹਿਜ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ। ਅੰਮ੍ਰਿਤ ਪੀ ਸਦਾ ਤ੍ਰਿਪਤਾਸੇ, ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ। ਅੰਮ੍ਰਿਤ ਵਰਸੈ ਸਹਿਜ ਸੁਭਾ। ਸਾਡੇ ਅੰਦਰ ਸਹਿਜ ਸੁਭਾ ਨਾਮ ਦੀ ਵਰਖਾ ਹੋ ਰਹੀ ਹੈ। ਇਸ ਅੰਮ੍ਰਿਤ ਦੀ ਵਰਖਾ ਹੋ ਰਹੀ, ਪਰ ਸਾਨੂੰ ਪਤਾ ਹੀ ਨਹੀਂ। ਹੁਣ ਇਸ ਸਰੀਰ ਦੇ ਅੰਦਰ ਕੀ ਕੁਝ ਹੈ ਸਾਨੂੰ ਪਤਾ ਹੀ ਨਹੀਂ। ਹਰ ਗੁਰੂ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ। ਜੋ ਬ੍ਰਹਮੰਡ 'ਚ ਹੈ ਉਹ ਸਾਰਾ ਸਰੀਰ ਦੇ ਵਿੱਚ ਹੈ। ਜੋ ਖੋਜੈ ਸੋ ਪਾਵੇ। ਗੱਲ ਤਾਂ ਹੈ, ਇਹ ਖੋਜ ਕਰਨੀ ਪਏਗੀ। ਹੁਣ ਖੋਜ ਕਿਵੇਂ ਕਰਨੀ? ਗੁਰਬਾਣੀ ਕਿ ਤੁਸੀਂ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਬਸ ਜੋ ਤੁਹਾਡੇ ਅੰਦਰ, ਤੁਸੀਂ ਇੱਕ ਦਿਨ ਉੱਥੋਂ ਤੱਕ ਪਹੁੰਚ ਜਾਓਗੇ। ਉੱਥੇ ਪਹੁੰਚ ਜਾਓ। ਇਸ ਲਈ ਗੁਰੂ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਵਰਸੈ ਸਹਿਜ ਸੁਭਾਏ। ਸਹਿਜ ਸੁਭਾਈ ਸਾਡੇ ਅੰਦਰ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਗੁਰਮੁਖ ਵਿਰਲਾ ਕੋਈ ਜਨ ਪਾਏ। ਕੋਈ ਵਿਰਲਾ ਟਾਵਾਂ ਜੋ ਗੁਰਮੁਖ ਹੁੰਦਾ ਨਾ, ਉਹਨੂੰ ਇਹ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ। ਅੰਮ੍ਰਿਤ ਪੀ ਸਦਾ ਤ੍ਰਿਪਤਾਸੇ। ਫਿਰ ਇਸ ਨਾਮ ਅੰਮ੍ਰਿਤ ਨੂੰ ਪੀ ਕੇ ਸਦਾ ਹੀ ਤ੍ਰਿਪਤ ਰਹਿੰਦਾ, ਸਦਾ ਹੀ ਰੱਜੇ ਰਹਿੰਦੇ। ਕਰ ਕਿਰਪਾ ਤ੍ਰਿਸ਼ਨਾ ਬੁਝਾਵਣੀ। ਫਿਰ ਪਰਮਾਤਮਾ ਜਿਹੜਾ ਨਾਮ ਜਪਦਾ ਨਾ, ਉਹਦੀ ਤ੍ਰਿਸ਼ਨਾ ਖਤਮ ਕਰ ਦਿੰਦਾ। ਅੰਦਰ ਜੋ ਮਾਇਆ ਦੀ ਤ੍ਰਿਸ਼ਨਾ ਹੈ ਉਹ ਖਤਮ ਹੋ ਜਾਂਦੀ ਹੈ। ਇੱਕ ਹੁੰਦੀਆਂ ਲੋੜਾਂ, ਇੱਕ ਹੁੰਦੀਆਂ ਤ੍ਰਿਸ਼ਨਾਵਾਂ। ਲੋੜਾਂ ਕਰ ਤੇ ਬਹੁਤ ਘੱਟ ਲੋਕ ਦੁਖੀ ਨੇ, ਤ੍ਰਿਸ਼ਨਾਵਾਂ ਕਾਰਨ ਸਾਰੇ ਦੁਖੀ ਨੇ। ਤ੍ਰਿਸ਼ਨਾਵਾਂ ਕਾਰਨ ਸਾਰੇ ਦੁਖੀ। ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ। ਜਦ ਮੈਂ ਵੱਡੀ ਸਾਰੀ ਬਿਲਡਿੰਗ ਵੇਖਦਾ, ਮੈਂ ਇਹ 'ਚ 2 ਕੁ ਬੰਦੇ ਰਹਿੰਦੇ ਹੁਣ। ਜਿਹੜਾ ਛੋਟਾ ਘਰ ਵੇ, ਮੈਂ ਇੱਥੇ 5-6 ਰਹਿੰਦੇ ਹੁਣ। ਜਿੰਨੇ ਘੱਟ ਬੰਦੇ ਉਹਨਾਂ ਵੱਡਾ ਘਰ, ਅਤੇ ਜਿੰਨੇ ਵੱਧ ਬੰਦੇ ਉਹਨਾਂ ਛੋਟਾ ਘਰ। ਤੁਸੀਂ ਕਦੇ ਵੀ ਨੋਟ ਕਰ ਲਓ। ਅਤੇ ਕਈ ਵੱਡੀਆਂ ਵੱਡੀਆਂ ਕੋਠੀਆਂ ਖਾਲੀ ਪਈ ਤੇ ਰਹਿੰਦੇ ਹੀ ਕੋਈ ਨਹੀਂ ਹੈਗਾ। ਹੁਣ 2 ਬੰਦੇ ਨੇ ਐਡੀ ਵੱਡੀ ਕੋਠੀ ਕਿਉਂ ਪਾਈ? ਇੱਕ ਬੰਦਾ, ਕਈ ਸਾਲਾਂ ਦੀ ਗੱਲ ਹੈ, ਆਪਣੇ ਸਤਸੰਗੀ ਸੀ, ਮੈਨੂੰ ਲੈ ਗਿਆ ਜੀ। ਕਹਿੰਦੇ ਮੈਂ 3 ਕੋਠੀਆਂ ਪਸੰਦ ਕੀਤੀਆਂ ਨੇ, ਤੁਸੀਂ ਦੱਸੋ ਮੈਂ ਕਿਹੜੀ ਲਵਾਂ। ਮੈਂ ਕਿਹਾ ਵੀ ਆਹ ਕੋਠੀ ਤਾਂ ਜ਼ਿਆਦਾ ਛੋਟੀ ਹੈ, ਆਹ ਜਿਹੜੀ ਕੋਠੀ ਹੈ ਬਹੁਤ ਜ਼ਿਆਦਾ ਵੱਡੀ ਹੈ, ਆਹ ਜਿਹੜੀ ਦਰਮਿਆਨੀ ਹੈ ਇਹ ਤੁਹਾਨੂੰ ਠੀਕ ਰਹੇਗੀ। ਸੋਚੇ, ਨਹੀਂ ਜੀ ਮੈਂ ਤਾਂ SDO ਹਾਂ,
ਤੇ ਲੋਕ ਕੀ ਕਹਿਣਗੇ। ਮੈਂ ਦਿਲ 'ਚ ਸੋਚਿਆ, ਭਲਿਆ ਮਾਨਸ, ਜੇ ਤੂੰ ਆਪਣੀ ਮਰਜ਼ੀ ਕਰਨੀ ਫਿਰ ਮੈਨੂੰ ਕਾਹਨੂੰ ਲੈ ਕੇ ਐਡੀ ਦੂਰ? ਮੇਰਾ ਕੰਮ ਛੁਡਾ ਕੇ ਤੂੰ ਮੈਨੂੰ ਕਾਰ 'ਤੇ ਲੈ ਕੇ ਆਇਆ ਹੈ ਬੁਖਾਰ 'ਤੇ, ਫਿਰ ਤੂੰ ਆਪਣੀ ਮਰਜ਼ੀ ਕਰਨੀ। ਉਹੀ ਗੱਲ ਕਿ ਤੂੰ ਆਪਣੀ ਮਰਜ਼ੀ ਕਰ ਲਈ। ਹੁਣ ਸਾਰੇ ਜੀ ਫੌਰਨ ਚਲੇ ਗਏ, 2 ਟੋਟਰੂ ਨੇ ਹੁਣ। ਤੇ ਮੈਂ ਕਦੇ ਉੱਪਰਲੀ ਮੰਜ਼ਿਲ 'ਤੇ ਗਿਆ ਜੀ, ਕਦੇ ਕਿੱਥੇ ਜੀ, ਮਹੀਨੇ ਬਾਅਦ ਕਿ ਝਾੜੂ ਫੇਰੀ। ਸੋ ਇਸ ਲਈ ਮੈਂ ਦੇਖਿਆ, ਜਿੰਨੇ ਥੋੜ੍ਹੇ ਜੀ ਓਡਾ ਵੱਡਾ ਘਰ, ਅਤੇ ਜਿੰਨੇ ਜ਼ਿਆਦਾ ਜੀ ਉਹਨਾਂ ਛੋਟਾ ਘਰ। ਜ਼ਿਆਦਾ ਜੀ ਵਾਲੇ ਦੀ ਆਮਦਨੀ ਥੋੜ੍ਹੀ ਹੁੰਦੀ ਹੈ। ਯਾਦ ਰੱਖਿਓ, ਜਿਸ ਦੇਸ਼ 'ਚ ਗਰੀਬੀ ਹੋਵੇਗੀ ਉੱਥੇ ਆਬਾਦੀ ਜ਼ਿਆਦਾ ਹੋਵੇਗੀ। ਜਿਸ ਦੇਸ਼ 'ਚ ਗਰੀਬੀ ਹੋਵੇਗੀ ਉੱਥੇ ਆਬਾਦੀ ਜ਼ਿਆਦਾ ਹੋਵੇਗੀ। ਕਿਉਂ? ਗਰੀਬ ਬੰਦੇ ਨੂੰ ਸੋਝੀ ਹੀ ਨਹੀਂ ਕਿ ਮੈਂ ਛੋਟਾ ਪਰਿਵਾਰ ਰੱਖਾਂ, ਉਹਨੂੰ ਸੋਝੀ ਨਹੀਂ। ਜਦੋਂ 11ਵੀਂ 'ਚ ਇਕਨੋਮਿਕਸ ਪੜ੍ਹਨ ਲੱਗਾ, 2 ਸਾਲ ਹੀ ਮੈਂ ਪੜ੍ਹੀ 11ਵੀਂ 12ਵੀਂ। ਫਿਰ ਕਿਉਂਕਿ ਮੈਂ ਪਿੰਡਾਂ 'ਚ ਸਰਵਿਸ ਕਰਦਾ ਸੀ, ਮੈਂ ਕਿਹਾ ਵੀ 'ਚ ਨਮੈਰੀਕਲਸ ਹੁੰਦੇ ਨੇ, ਉਹ ਪ੍ਰੋਫੈਸਰ ਤੋਂ ਬਿਨਾਂ ਗੱਲ ਨਹੀਂ ਬਣਨੀ ਹੈਗੀ। 2 ਸਾਲ ਕੀਤੀ, ਪਰ ਮੈਨੂੰ ਬੜੀ ਚੰਗੀ ਲੱਗੀ, ਕਿ ਉਹ 'ਚ ਬੜੀਆਂ ਜ਼ਬਰਦਸਤ ਗੱਲਾਂ ਲਿਖੀਆਂ ਹੋਈਆਂ ਸਨ। ਕੁਝ ਕੁ ਮੈਨੂੰ ਯਾਦ ਨਹੀਂ, ਜਿਵੇਂ ਇੱਕ ਤਰ੍ਹਾਂ ਨਾਲ ਸਾਂਝੀ ਕਰਨੀ। ਕਹਿੰਦੇ ਭਾਈ, ਇੱਕ ਪਰਿਵਾਰ ਦੇ 6 ਜੀ ਨੇ, ਫਰਜ਼ ਕਰੋ, ਉਹ 12 ਸੰਗ ਤੇਰੇ ਬਾਪ ਬਾਜ਼ਾਰ 'ਚ ਲੈ ਕੇ ਆਏ, 2-2 ਹਿੱਸੇ ਆਉਣਗੇ ਸਭ ਦੇ। ਜੇ 4 ਜੀ ਹੋਣ ਫਿਰ 3-3 ਸੰਤਰੇ ਆਏ ਨਾ ਹਿੱਸੇ। ਜੇ ਕਹਿੰਦੇ 3 ਜੀ ਹੋਣ ਫਿਰ 4-4 ਸੰਤਰੇ ਹਾਰ ਦੇ ਹਿੱਸੇ ਆਏ। ਜੇ 2 ਹੀ ਹੋਣ ਫਿਰ 6-6 ਸੰਤਰੇ ਹਿੱਸੇ ਆਏ। ਪਰ ਇਹ ਗਰੀਬ ਨੂੰ ਇੰਨੀ ਸੋਝੀ ਹੀ ਨਹੀਂ ਹੁੰਦੀ। ਇਸ ਲਈ ਜ਼ਿਆਦਾ ਬੱਚੇ ਪੈਦਾ ਕਰਕੇ ਗਰੀਬੀ 'ਚ ਵਾਧਾ ਹੀ ਕਰਦਾ ਹੈ। ਜ਼ਿਆਦਾ ਬੱਚੇ ਜਿੱਥੇ ਹੋਣਗੇ ਉੱਥੇ ਗਰੀਬੀ ਹੋਵੇਗੀ, ਕਿਉਂਕਿ ਉਹ ਗਰੀਬ ਨੂੰ ਸੋਝੀ ਨਹੀਂ ਹੁੰਦੀ। ਜੇ ਕੋਈ ਸੋਝੀ ਦੇਵੇ ਵੀ ਉਹਦੀ ਮੰਨਦਾ ਨਹੀਂ ਹੈ, ਅਨਪੜ੍ਹ ਲੋਕ ਮੰਨਦੇ ਨੇ। ਮੈਂ ਕਿੰਨਿਆਂ ਨੂੰ ਕਿਹਾ, ਭਾਈ ਬਿਮਾਰੀ ਫੈਲ ਰਹੀ ਹੈ, ਤੁਸੀਂ ਟੀਕੇ ਲਵਾ ਲਓ, ਟੀਕੇ ਲਵਾ ਲਓ। ਅੱਜ ਲਵਾਉਂਦੇ, ਕੱਲ੍ਹ ਲਵਾਉਂਦੇ, ਇਹੀ ਕਰਦੇ ਕਦੇ 15-20 ਦਿਨ ਲਗਾਤੇ। ਆਲੇ ਦੁਆਲੇ ਜਦ ਹਾਹਾਕਾਰ ਮਚ ਗਈ ਹੈ, ਹੁਣ ਜਾਂਦੇ ਨੇ, ਅੱਗੋਂ ਟੀਕੇ ਨਹੀਂ ਮਿਲਦੇ। ਹੁਣ ਜਦੋਂ ਟੀਕੇ ਮਿਲਦੇ ਸੀ, ਪੰਜਾਬ ਸਰਕਾਰ ਨੇ 2-2.5 ਲੱਖ ਟੀਕਾ ਸੁੱਟਤਾ, ਕਿਉਂਕਿ ਇਹਦੀ ਇਹ ਮਿਆਦ ਹੁੰਦੀ ਹੈ, ਇਹ ਬਹੁਤ ਦੇਰ ਨਹੀਂ ਰੱਖਿਆ ਜਾ ਸਕਦਾ। ਹੁਣ ਲਵਾਉਣ ਵਾਲੇ ਜ਼ਿਆਦਾ ਹੋ ਗਏ, ਕਿ ਉਹ ਆਲੇ ਦੁਆਲੇ ਮਰਨੇ ਸ਼ੁਰੂ ਹੋ ਗਏ। ਹੁਣ ਭੱਜਦੇ, ਹੁਣ ਟੀਕੇ ਨਹੀਂ ਮਿਲਦੇ, ਹੁਣ ਨਹੀਂ ਮਿਲਦੇ। ਉਹ 100-150 ਹੁੰਦਾ। ਇੱਕ ਡਾਕਟਰ ਕਹਿੰਦੇ, ਦੇਖੋ ਜੀ ਵੀ ਅਸੀਂ ਪੁਲਿਸ ਇੰਨੀ ਕਿਉਂ ਸੱਦੀ ਹੋਈ ਹੈ, 500 ਦੀ ਲਾਈਨ ਲੱਗੀ ਹੈ, ਟੀਕਾ ਹੈ ਕੁੱਲ 100। ਹੁਣ 100 ਦੇ ਲੱਗ ਜੀ, ਬਾਕੀ 400 ਰੌਲਾ ਪਾਉਣਗੇ ਵੀ ਸਾਡੇ ਕੋਈ ਗੱਲ ਨਾ ਪੈ ਜੇ, ਪੁਲਿਸ ਰੱਖੀ ਹੈ, ਉਹਦੀ ਪਤਾ ਲੱਗ ਗੱਡੀ 'ਚ ਬੈਠੇ ਹੋ ਗਏ। ਅਸੀਂ ਕੀ ਕਰੀਏ? ਜਿੰਨੀ ਮਗਰੋਂ ਸਾਨੂੰ ਸਪਲਾਈ ਆਉਣੀ ਉਨੀ ਲਾਉਣੀ ਨਾ। ਉਹ ਜਦੋਂ ਅਕਲ ਆਈ ਹੈ, ਹੁਣ ਟੀਕੇ ਨਹੀਂ ਮਿਲਦੇ। ਫਿਰ ਸਰਕਾਰ ਨੇ ਕੀ ਸੋਚਿਆ, ਇੱਕ ਟੀਕਾ ਲਾਤਾ, 3 ਮਹੀਨਿਆਂ ਨੂੰ ਆਇਓ। ਮੈਂ ਇੱਕ ਡਾਕਟਰ ਨੂੰ ਪੁੱਛਿਆ, ਸੱਚੋ ਸੱਚ ਮੈਨੂੰ ਦੱਸੋ। ਕਦੇ ਨਾ ਜੀ, 3 ਮਹੀਨੇ ਤੋਂ ਪਹਿਲੇ ਦਾ ਵੀ ਅਸਰ ਖਤਮ ਹੈ। ਇਹ ਇਸ ਲਈ ਕਹਿੰਦੇ ਨੇ ਟੀਕੇ ਨਹੀਂ ਆ ਰਹੇ ਮਗਰੋਂ, ਵੀ ਸ਼ਾਇਦ ਉਹਨੇ ਜਿਹਨੂੰ ਆ ਜਾਣਗੇ 3 ਮਹੀਨੇ, ਫਿਰ ਦੂਜਾ ਲਾ ਦੇ। ਜ਼ਿਆਦਾ ਜਿੰਨਾ ਲੇਟ ਕਰੋਗੇ, ਪਹਿਲੇ ਟੀਕੇ ਦੇ ਵੀ ਅਸਰ ਖਤਮ ਹੋ ਜਾਂਦਾ ਹੈ। ਪਰ ਕਿਉਂਕਿ ਮਿਲਦੇ ਨਹੀਂ। ਪਹਿਲਾਂ ਜਦੋਂ ਸੀ 28 ਦਿਨਾਂ ਬਾਅਦ ਸੱਦੇ ਸੀ, ਮੇਰੇ 28 ਦਿਨਾਂ ਬਾਅਦ ਸੱਦਿਆ ਸੀ, ਪਰ ਟੀਕੇ ਨਾ ਮਿਲੇ। 35ਵੇਂ ਦਿਨ ਜਾ ਕੇ ਮੇਰੀ ਵਾਰੀ ਆਈ ਦੂਜੇ ਟੀਕੇ ਦੀ। ਫਿਰ ਸਰਕਾਰ ਨੇ ਕਿਹਾ 45 ਦਿਨਾਂ ਦੀ ਲੋੜ ਹੈ, 28 ਦਿਨ ਦੀ ਲੋੜ ਨਹੀਂ ਹੈਗੀ, 45 ਦਿਨਾਂ ਬਾਅਦ ਆਇਓ। ਹੁਣ ਉਹ 45 ਦਿਨ ਬਾਅਦ ਮਿਲੇ, ਹੁਣ ਨਵਾਂ ਕਿ ਕੋਈ ਕਹੇ 80 ਦਿਨਾਂ ਬਾਅਦ ਆਇਓ, ਕੋਈ ਕਹੇ 3 ਮਹੀਨੇ ਬਾਅਦ ਆਇਓ। ਇਹ ਨਹੀਂ ਕਿ ਤੁਹਾਨੂੰ 3 ਮਹੀਨਿਆਂ ਬਾਅਦ ਲੋੜ ਹੈ ਟੀਕੇ ਦੀ, ਨਹੀਂ ਵੀ ਟੀਕੇ ਕੋਈ ਨਹੀਂ, ਲਗਾ ਲਓ ਆਪਣੇ ਸਮਾਜ ਵਿੱਚ ਲਗਾਉਣਾ ਹੈ। ਇਸ ਲਈ ਅਨਪੜ੍ਹ ਨੂੰ ਵਾਰੀ ਕਹਿਣਾ, ਚੰਗੇ ਪੜ੍ਹੇ ਲਿਖੇ ਵੀ ਕਹਿਣਗੇ, ਉਹ ਜੀ ਕਿਤੇ ਬੁਖਾਰ ਨਾ ਹੋ ਜਾਏ, ਉਹ ਜੀ ਫਲਾਣਾ ਨਾ ਹੋ ਜਾਏ। ਮੈਂ ਯਾਰ ਉਂਝ ਨਹੀਂ ਕਦੇ ਬੁਖਾਰ ਚੜ੍ਹਿਆ। ਜੇ ਤੁਹਾਨੂੰ ਉਂਝ ਕਦੇ ਬੁਖਾਰ ਨਹੀਂ ਤਾਂ ਗੱਲ ਕਰੋ। ਹੁਣ ਮਲੇਰੀਆ ਸ਼ੁਰੂ ਹੋ ਜਾਏਗਾ, ਉਹਦੇ ਬਾਅਦ ਕਿਸੇ ਗਰਮੀਆਂ ਟਾਈਫਾਈਡ ਹੋ ਜਾਂਦਾ,
अगे बरसात बच्चे मलेरिया हो जाएगा, मलेरिया रुकता है फिर डेंगू शुरू हो जाता, ये तो चल ही जाएगा। जे लाख बंदे पिछे एक मर भी गया किसी कारण तो फिर ये थोड़े बाकी 99,000 लोन ही ना टीका। फिर जो पढ़िया लिखा नहीं लवावेगा तो फिर मरो लोग कहन। हुण मान लो मैं ना लवांदा, कोई रब ना करे कल आल कहते बाबा जी तुसीं तो पढ़े लिखे सी, तुसीं तो लोगों ने मत दिंदे सी, तुसीं क्यों नहीं टीका लवाया। हुण मैं लवा लिया, ਜਿਹੜੇ ਪੁੱਛਦੇ मैं भाई मैं तो दोनों लवा लिया, अच्छा जी तो फिर असीं भी लवा लेने भी बाबा नहीं मरिया असीं भी नहीं मरते। सो इसलिए ये पेंडूआ लोगों होर भी समझाना औखा। पेंडू इसे हंकार सन, ये तो शहरी ने बीमारी लगती है, पेंडू को नहीं लगती लूदी। हुण तड़ा तड़ पेंडू मारे ने, सरकार को भी स्यापा खड़ा के टीके तो पहले ही कोई नहीं, वो शहरियां दे नहीं हो रहे तो पेंडू लग गए ने मरन। हफड़ा दफड़ी मची सारे इंडिया भी पेंडुआ दे हो गए। कित्थे डेरा है, पिंड तो भी दूर 5-7 घर ने, उत्थे भी हो गया करोना, मर के बंदा। इसलिए ये नहीं कदे सोचना चाहिए ये मैनू नहीं लग सकती, ये किसी नूं भी हो सकता है। सो गुरु महाराज कहते अमृत वरसै सहज सुभाए, गुरमुख विरला कोई जन पाए। सो साढ़े अंदर नाम अमृत की वरखा हो रही है, पर कोई विरला टावा गुरमुख है जिहड़ा इस नाम नूं पाउंदा है। फिर जिहड़ा नाम नूं पालदा, अमृत पी सदा तृप्ता से, इस नाम अमृत नूं पी के सदा ही रजे रहिंदे हन। कर किरपा तृष्णा बुझा वड़िया, ते परमात्मा किरपा करके इस नाम दे राहीं ਉਹਦੇ ਦਾ तृष्णावां खत्म कर दिंदा है। सत्कारयोग साथ समा हो गया। वाहिगुरू जी का खालसा, वाहिगुरू जी की फतेह।